ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰਨੀ ਮਹਿੰਦਰ ਕੌਰ ਜੀ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰ ਪਰਮਜੀਤ ਸਿੰਘ, ਸਰਦਾਰਨੀ ਜਸਵਿੰਦਰ ਕੌਰ, परमजीत कौर, गुरविंदर कौर, हरजीत सिंह, प्रोफेसर इकबाल सिंह, हरजिंदर सिंह, चरण सिंह, अरविंदर कौर, परमजीत कौर, प्रभजीत सिंह, प्रभदीप सिंह, गुरप्रीत सिंह, चाहतवीर सिंह, तनवीर कौर ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ SBC MS ਪੋਲੀਟੈਕਨਿਕ ਕਾਲਜ ਅਟਲਗੜ੍ਹ ਮੁਕੇਰੀਆ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰਨੀ ਮਹਿੰਦਰ ਕੌਰ ਹੁਣਾਂ ਦਾ ਜਨਮ ਪਿਤਾ ਸਰਦਾਰ ਬਚਨ ਸਿੰਘ ਜੀ ਦੇ ਘਰ ਮਾਤਾ ਸਰਦਾਰਨੀ ਗੁਰਬਚਨ ਕੌਰ ਹੁਣਾਂ ਦੀ ਕੁੱਖੋਂ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ, ਸੁਘੜ ਅਤੇ ਸਿਆਣੇ ਸਨ। ਆਪ ਜੀ ਆਪਣੇ ਭਰਾਵਾਂ ਸਰਦਾਰ ਜੀਤ ਸਿੰਘ, ਸਰਦਾਰ ਕੁਲਵੰਤ ਸਿੰਘ ਅਤੇ ਰੁਪਿੰਦਰ ਸਿੰਘ ਅਤੇ ਭੈਣਾਂ ਸੁਰਜੀਤ ਕੌਰ ਅਤੇ ਜੋਗਿੰਦਰ ਕੌਰ ਦੇ ਲਾਡਲੇ ਸਨ। ਵੱਡੇ ਹੋਣ ਉਪਰੰਤ ਆਪ ਜੀ ਦਾ ਵਿਆਹ ਸਰਦਾਰ ਹਰਦੇਵ ਸਿੰਘ ਜੀ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੇ ਗੁਣਾਂ ਦੀ ਮਹਿਕ ਆਪਣੇ ਸਹੁਰੇ ਘਰ ਬਿਖੇਰਨੀ ਸ਼ੁਰੂ ਕਰ ਦਿੱਤੀ। ਆਪ ਜੀ ਹਮੇਸ਼ਾ ਹੀ ਆਪਣੇ ਪਤੀ ਦੇ ਕੰਧੇ ਨਾਲ ਕੰਧਾ ਮਿਲਾ ਕੇ ਚੱਲੇ ਅਤੇ ਆਪਣੇ ਪਤੀ ਦੀ ਉન્નਤੀ ਵਿੱਚ ਆਪਣੇ ਅਗਾਂਹਵਧੂ ਭੂਮਿਕਾ ਅਦਾ ਕੀਤੀ। ਆਪ ਜੀ ਦੇ ਘਰ ਪੁੱਤਰਾਂ ਪਰਮਜੀਤ ਸਿੰਘ ਅਤੇ ਹਰਜੀਤ ਸਿੰਘ ਅਤੇ ਪੁੱਤਰੀਆਂ ਜਸਵਿੰਦਰ ਕੌਰ, ਪਰਮਜੀਤ ਕੌਰ ਅਤੇ ਗੁਰਵਿੰਦਰ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਆਪ ਜੀ ਦੇ ਬੇਟੇ ਸਰਦਾਰ ਪਰਮਜੀਤ ਸਿੰਘ ਜੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਚੱਲ ਰਹੇ ਗੁਰੂ ਨਾਨਕ ਦੇਵ ਐਜੂਕੇਸ਼ਨ ਟਰਸਟ ਦੇ ਚੇਅਰਮੈਨ ਹਨ, ਜਦੋਂ ਕਿ ਆਪ ਜੀ ਦੀ ਬੇਟੀ ਜਸਵਿੰਦਰ ਕੌਰ ਲੈਕਚਰਰ ਹਨ ਅਤੇ ਆਪ ਜੀ ਦੀ ਬੇਟੀ ਪਰਮਜੀਤ ਕੌਰ परिवार समेत USA विखे सुखी विआहता जीवन बतीत कर रही है। आप जी दी बेटी गुरविंदर कौर अध्यापिका हन ਅਤੇ ਆਪ ਜੀ ਦੇ ਬੇਟੇ ਸਰਦਾਰ ਹਰਜੀਤ ਸਿੰਘ ਜੀ ਸਮਾਜ ਸੇਵਾ ਵਿੱਚ ਲੱਗੇ ਹੋਏ ਹਨ ਅਤੇ ਪਿੰਡ ਦੇ ਸਰਪੰਚ ਹਨ। ਆਪ ਜੀ ਦੇ ਸਾਰੇ ਬੱਚੇ ਆਪ ਜੀ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਸਮਾਜ ਵਿੱਚ ਨਾਮਣਾ ਖੱਟ ਰਹੇ ਹਨ ਅਤੇ ਆਪਣੀ ਮਾਤਾ ਜੀ ਦੇ ਨਾਮ ਨੂੰ ਚਾਰ ਚੰਨ ਲਗਾ ਰਹੇ ਹਨ। ਸਰਦਾਰਨੀ ਮਹਿੰਦਰ ਕੌਰ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਗੁਰੂ ਘਰ ਜਾਣਾ, ਨਿਤਨੇਮ ਕਰਨਾ ਆਪ ਜੀ ਦੀ ਦਿਨਚਰਿਆ ਸੀ। ਆਪ ਜੀ ਗਰੀਬਾਂ ਅਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਲਈ ਤਿਆਰ ਬਰ ਤਿਆਰ ਰਿਹਾ ਕਰਦੇ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਮੰਤਰ ਮੁਗਧ ਕਰ ਲੈਂਦੇ ਸਨ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਚੰਗੇ ਸੰਸਕਾਰਾਂ ਤੇ ਆਪ ਜੀ ਦਾ ਸਮੁੱਚਾ ਪਰਿਵਾਰ ਚੱਲ ਰਿਹਾ ਹੈ। ਆਪ ਜੀ ਦੇ ਪੋਤਰੇ ਪ੍ਰਭਜੀਤ ਸਿੰਘ ਜੀ ਗੁਰੂ ਨਾਨਕ ਐਜੂਕੇਸ਼ਨ ਟਰਸਟ ਡੱਲੇਵਾਲ ਦੇ MD ਹਨ। ਆਪ ਜੀ ਦਾ ਸਮੁੱਚਾ ਪਰਿਵਾਰ ਸਮਾਜ ਸੇਵੀ ਪਰਿਵਾਰ ਹੈ ਅਤੇ ਗਰੀਬਾਂ ਅਤੇ ਦੀਨ ਦੁਖੀਆਂ ਦਾ ਸਹਾਈ ਪਰਿਵਾਰ ਹੈ। ਮੌਜੂਦਾ ਸਮੇਂ ਵਿੱਚ ਚਾਹੇ ਸਰਦਾਰਨੀ ਮਹਿੰਦਰ ਕੌਰ ਸਾਡੇ ਵਿਚਕਾਰ ਨਹੀਂ ਹਨ, ਪਰ ਉਹਨਾਂ ਦੇ ਭਾਈ ਪੂਰਨਿਆਂ ਤੇ ਅਜੇ ਵੀ ਉਹਨਾਂ ਦਾ ਸਮੁੱਚਾ ਪਰਿਵਾਰ ਚੱਲ ਰਿਹਾ ਹੈ ਅਤੇ ਚੱਲਣ ਲਈ ਵਚਨਬੱਧ ਹੈ। ਕਵਣ ਸੁਮਾਰ ਤਿਸ ਦਾਤੇ ਕਵਣ ਸੁਮਾਰ ਦੇਵੋ ਸਜਣ ਆਸੀਸੜੀਆਂ ਜੋ ਐ ਸਾਹਿਬ ਸੋਗੇ ਹਾਮੇ ਦੇਵੋ ਸਜਣ ਆਸੀਸੜੀਆਂ ਸੰਬਤ ਸਾਹ ਲਿਖਿਆ
ਵਿਛੋੜਾ ਸਹਿਆ ਨਾ ਜਾਏ ਇਹੋ ਵਿਛੋੜਾ ਸਹਿਆ ਨਾ ਜਾਏ ਇਹੋ ਵਿਛੋੜਾ ਸਹਿਆ ਨਾ ਜਾਏ रसना नाम सब कोई कहे रसना नाम सब कोई कहे सतगुर से कलाम सतगुर से कलाम बंधन तोड़े मुकत कार रहे गुर शब्दी अस्थिर कर बह विछोड़ा सहया न जाए विछोड़ा सहया न जाए हो विछोड़ा सहया ना 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 जाए मेरे मन का है रोस करीजे मेरे मन का है रोस करीजे ला कल जुग राम नाम ला कल जुग राम नाम है गुरमत आन दिन हृदय बीज गुरमत आन दिन हृदय बीज विछोड़ा सहया न जाए विछोड़ा सहया न जाए हो विछोड़ा सहया ना 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 जाए बाबिया खिल खिल बिल लाए बाबिया खिल खिल बिल लाए बिन पर देखे नींद न आए
सतगुर मिलै मिलै सुपाए विछोड़ा सहया न जाए विछोड़ा सहया न जाए ए हो विछोड़ा सहया न जाए ए हो विछोड़ा सहया न जाए। नाम हीण बिन सह दुख पाए नाम हीण बिन सह दुख पाए तृष्णा जले भूत न जाए बिन पादा नाम ना पाया जाए बहु विधता का कर्म कमाए विछोड़ा सहया न जाए विछोड़ा सहया न जाए ए हो 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 विछोड़ा सहया न जाए। त्रैगुण वाणी वेद विचार त्रैगुण वाणी वेद विचार बिख्या मैल बिख्या व्यापार मर जन्म फिर होए कुआर गुरमुख तुरिया गुण और तार विछोड़ा सहया न जाए विछोड़ा सहया न जाए ए हो विछोड़ा सहया न जाए ए हो विछोड़ा सहया न जाए। गुर मानै सब कोय गुर मानै सब कोय गुर बचनी मन शीतल होए चाहो जुग शोभा निर्मल जन सोए नानक गुरमुख बिरला कोय विछोड़ा सहया न जाए विछोड़ा सहया न जाए ए हो विछोड़ा सहया न जाए ए हो
ਸਹਿਆ ਨਾ ਜਾਏ। ਇਹੋ ਵਿਛੋੜਾ ਸਹਿਆ ਨਾ ਜਾਏ। ਇਹੋ ਵਿਛੋੜਾ ਸਹਿਆ ਨਾ ਜਾਏ। ਇਹੋ ਵਿਛੋੜਾ ਸਹਿਆ ਨਾ ਜਾਏ। ਇਹ ਵਾਰੀ ਹੈ ਤੇਰੀ, ਕਾਹਦੀ ਵਾਰੀ ਹੈ? ਇਸ ਗੱਲ ਵੱਲ ਵੀ ਧਿਆਨ ਦੇ ਦਿਓ। ਕਾਹਦੀ ਵਾਰੀ ਹੈ ਕਿ ਆ ਕੇ ਕਿਸੇ ਦੀ ਨਿੰਦਿਆ, ਚੁਗਲੀ, ਈਰਖਾ, ਦਵੈਸ਼ ਭਾਵ ਜਾਂ ਕੂੜ ਦੇ ਪਸਾਰੇ ਦੇ ਮਗਰ ਦੌੜਿਆ ਰਹੋ? ਨਹੀਂ, ਸਤਿਗੁਰੂ ਜੀ ਫਰਮਾਉਂਦੇ ਨੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਤੇ ਕੇਵਲ ਨਾਮ ਜਪਣ ਵਾਸਤੇ ਆਇਆ ਸੰਸਾਰ ਵਿੱਚ। ਦੁਨੀਆਦਾਰੀ ਦੇ ਵਿੱਚ ਭੁਗਤਣਾ, ਸੰਸਾਰ ਦੇ ਵਿੱਚ ਵਿਚਰਨਾ ਠੀਕ ਹੈ, ਸੰਸਾਰ ਦੇ ਨਾਲ ਨਾਲ ਚੱਲਣਾ ਪੈਂਦਾ ਹੈ, ਪਰ ਇਸ ਗੱਲ ਦਾ ਧਿਆਨ ਰੱਖ ਕਿ ਸੰਸਾਰ ਨੇ ਨਾਲ ਨਹੀਂ ਨਿਭਣਾ। ਸੰਸਾਰ ਨੇ ਨਾਲ ਨਹੀਂ ਜਾਣਾ। ਸੰਸਾਰ ਤੇ ਦੂਰ ਦੀ ਗੱਲ ਹੈ। ਸਤਿਗੁਰੂ ਜੀ ਦਾ ਪਾਵਨ ਮੁਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ ਨਾ, ਜੋ ਭੋਗ ਤੋਂ ਬਾਅਦ ਅੰਤਿਮ ਅਰਦਾਸ ਤੋਂ ਬਾਅਦ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਨੂੰ ਬਖਸ਼ਿਸ਼ ਕਰਦੇ ਨੇ ਕਿ ਸੁਣ ਲੈ ਭਾਈ, ਇਹ ਗੱਲ ਧਿਆਨ ਦੇ ਨਾਲ ਗਹੁ ਕਰ ਇਸ ਗੱਲ ਤੇ ਕਿ ਪ੍ਰੀਤਮ ਜਾਨ ਲਿਓ ਮਨ ਮਾਹੀ। ਇਹ ਪਿਆਰਿਆ, ਉਹ ਪੁਰਖਾ ਇਹ ਗੱਲ ਨੂੰ ਮਨ ਵਿੱਚ ਜਾਣਨੀ ਕਰ, ਵਿਚਾਰ ਨਹੀਂ ਕਰ। ਕਿਹੜੀ ਗੱਲ? ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਇੱਥੇ ਤੇ ਜਿਹੜਾ ਵੀ ਸੰਗੀ ਸਾਥੀ ਹੈ, ਜਿਹੜਾ ਵੀ ਕੋਈ ਤੇਰੇ ਨਾਲ ਹਿੱਕ ਲਾਈ ਬੈਠਾ ਹੈ, ਜਿਹਨੇ ਵੀ ਤੇਰੇ ਨਾਲ ਪਿਆਰ ਪਾਇਆ ਹੈ, ਉਹ ਅਸਲ ਵਿੱਚ ਤੇਰੇ ਨਾਲ ਨਹੀਂ, ਤੇਰੇ ਸੁੱਖਾਂ ਦੇ ਨਾਲ ਪਿਆਰ ਪਿਆ ਹੋਇਆ। ਇਹ ਤੇ ਲੈਣੇ ਦੇਣੇ ਦੇ ਸੰਬੰਧ ਆ, ਕੋਈ ਧੀਆਂ ਪੁੱਤਰ ਕਰਕੇ, ਮਾਂ ਬਾਪ ਕਰਕੇ, ਭੈਣ ਭਰਾ ਕਰਕੇ, ਰਿਸ਼ਤੇਦਾਰ ਸਾਕ ਸੰਬੰਧੀ ਬਣ ਕੇ, ਪਤੀ ਪਤਨੀ ਬਣ ਕੇ ਕੋਈ ਆ ਰਿਹਾ, ਕੋਈ ਜਾ ਰਿਹਾ। ਇੱਥੇ ਤੇ ਸਭ ਨੇ ਜਾਣਾ ਤੇ ਗੁਰੂ ਸਾਹਿਬ ਜੀ ਫਰਮਾਉਂਦੇ ਨੇ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਆਪਣੇ ਸੁੱਖਾਂ ਕਰਕੇ ਤੇਰੇ ਨਾਲ ਇਹ ਲੱਗੇ ਹੋਏ ਨੇ, ਨਹੀਂ ਤੇ ਸੰਸਾਰ ਵਿੱਚ ਕੋਈ ਵੀ ਕਿਸੇ ਦਾ ਨਹੀਂ, ਕਿਸੇ ਨੇ ਸੰਗੀ ਨਹੀਂ ਬਣਨਾ। ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਉ ਦਿਸ ਘੇਰਾ, ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰਾ। ਕਹਿੰਦੇ ਬਿਪਤਾ ਵਿੱਚ ਨਹੀਂ ਕਿਸੇ ਨੇ ਸਾਥ ਦੇਣਾ, ਬਿਪਤਾ ਵਿੱਚ ਕੋਈ ਨਾਲ ਨਹੀਂ ਨਿਭਦਾ। ਸੁੱਖ ਹੋਣ ਤੇ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਚੰਗੇ, ਉਹਨਾਂ ਦੇ ਨਾਲ ਕਿ ਜੇ ਤੁਹਾਡੇ ਕੋਲ 4 ਪੈਸੇ ਨੇ, ਮਾਇਆ ਧਨ ਦੌਲਤ, ਹਾਂ ਧਨ ਦੌਲਤ ਵੀ ਕੂੜ ਹੈ, ਕੂੜ ਦਾ ਬਸਾਰ ਹੈ, ਇਹਨੇ ਨਾਲ ਨਹੀਂ ਨਿਭਣਾ। ਪਰ ਜੇ 4 ਪੈਸੇ ਹੈ, ਸੁੱਖ ਨੇ ਤੁਹਾਡੇ ਕੋਲ, ਸੁੱਖਾਂ ਦੇ ਵਿੱਚ ਸਾਰਾ ਸੰਸਾਰ ਨੇੜੇ ਹੋ ਬੈਠਾ ਹੈ। ਇੱਕ ਸ਼ਾਇਰ ਦਾ ਕਥਨ ਹੈ, ਲਿਖਦਾ ਆਪਣੀ ਕਲਮ ਦੇ ਨਾਲ, ਕਹਿੰਦਾ ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਉੱਠੀ। ਇੱਥੇ ਸਤਿਗੁਰੂ ਜੀ ਵੀ ਇਹੋ ਸੇਧ ਦਿੰਦੇ ਕਿ ਭਾਈ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਉ ਦਿਸ ਘੇਰਾ। ਉਦੋਂ ਤੇ ਨੇੜੇ ਨੇੜੇ ਆਉਂਦੇ ਨੇ ਜਦੋਂ ਸੁੱਖ ਨੇ, ਵਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇੜਾ। ਮੈਂ ਇੱਕ ਬੇਨਤੀ ਕਰਦੇ ਹਾਂ, ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਾਂ, ਹਾਂ ਜਿਨ੍ਹਾਂ ਦਾ ਸਰੀਰ ਜਿਹੜਾ ਨਾ ਇਜਾਜ਼ਤ ਨਹੀਂ ਨਾ ਦਿੰਦਾ,
ਉਹ ਜ਼ਰੂਰ ਪਰ ਜ਼ਰੂਰ ਉਹ ਕੁਰਸੀ ਤੇ ਬੈਠ ਜਾਣ। ਬਾਕੀ ਸੰਗਤ ਨੂੰ ਬੇਨਤੀ ਹੈ, ਜੇ ਸਰੀਰ ਕਾਇਮ ਹੈ ਨਾ ਤੇ ਗੁਰੂ ਦਾ ਅਦਬ ਰੱਖੀਏ। ਕਹਿੰਦੇ ਕੁਰਸੀਆਂ ਨੂੰ ਤਿਆਗੀਏ। ਜੇ ਸਰੀਰ ਕੰਮ ਕਰਦਾ, ਜੇ ਤੰਦਰੁਸਤੀ ਸਤਿਗੁਰੂ ਨੇ ਦਿੱਤੀ ਹੈ, ਜੇ ਸਰੀਰ ਸਾਡਾ ਤੰਦਰੁਸਤ ਨਹੀਂ, ਹਾਂ ਕਿਸੇ ਨੂੰ ਕੋਈ ਤਕਲੀਫ ਹੈ, ਉਹ ਬੇਸ਼ੱਕ ਬਹਿ ਜਾਓ, ਅਵਲ ਇਜਾਜ਼ਤ ਨਹੀਂ ਗੁਰੂ ਦੀ ਹਜ਼ੂਰੀ ਵਿੱਚ। ਫਿਰ ਮੇਰੀ ਬੇਨਤੀ ਹੈ ਕਿ ਕੁਰਸੀਆਂ ਦੇ ਉੱਤੇ ਅਸੀਂ ਬੈਠੇ ਤੇ ਹੈਗੇ ਹਾਂ ਗੁਰੂ ਦੀ ਹਜ਼ੂਰੀ ਵਿੱਚ, ਜੇ ਸਰੀਰ ਇਜਾਜ਼ਤ ਦਿੰਦਾ ਫਿਰ ਭਾਈ ਥੱਲੇ ਚੌਂਕੜਾ ਲਾ ਕੇ ਬੈਠੋ। ਜ਼ਿਆਦਾ ਸਮਾਂ ਨਹੀਂ ਤੁਹਾਡਾ ਲੈਣਾ, 15-20 ਮਿੰਟ ਦੇ ਵਿੱਚ ਮੈਂ ਸਮਾਪਤੀ ਕਰ ਦੇਣੀ। ਉਸ ਤੋਂ ਉਪਰੰਤ ਚੇਅਰਮੈਨ ਸਾਹਿਬ ਪਰਮਜੀਤ ਸਿੰਘ ਜੀ, ਉਹਨਾਂ ਦੇ ਮਾਤਾ ਜੀ ਸਰਦਾਰ ਹਰਜੀਤ ਸਿੰਘ ਜੀ ਦੇ ਮਾਤਾ ਜੀ, ਉਹਨਾਂ ਨੂੰ ਮਿੱਤ ਸੱਜਣਾ ਮਿੱਤਰਾਂ ਨੇ ਸ਼ਰਧਾਂਜਲੀਆਂ ਅਰਪਣ ਕਰਨੀਆਂ। ਤਾਂ ਥੋੜੇ ਸਮੇਂ ਮੈਂ ਸਮਾਪਤੀ ਕਰ ਦੇਣੀ। ਸਤਿਗੁਰੂ ਜੀ ਫਰਮਾਉਣਾ ਕਰਦੇ ਨੇ, ਭਾਈ ਜਿਨ੍ਹਾਂ ਨੂੰ ਤੂੰ ਆਪਣਾ ਕਹਿੰਦਾ ਉਹ ਸੁੱਖਾਂ ਦੇ ਸੰਗੀ ਨੇ। ਸੁੱਖਾਂ ਵੇਲੇ ਉਹ ਨੇੜੇ ਹੋ ਬਹਿੰਦੇ। ਸੁੱਖ ਨੇ ਪੈਸਾ ਹੈ, ਧਨ ਦੌਲਤ ਹੈ ਤਾਂ ਤੇਰੇ ਸਾਥੀ, ਜੇ ਨਹੀਂ ਕੁਛ ਵੀ ਤੇ ਨਹੀਂ ਸਾਥ ਛੱਡਦਾ। ਇੱਕ ਛੋਟੀ ਜਿਹੀ ਸਾਥੀ ਆਪ ਜੀ ਦੇ ਨਾਲ ਸਾਂਝੀ ਕਰ ਦੇਵਾਂ। ਮਹਾਰਿਸ਼ੀ ਵਾਲਮੀਕੀ ਜੀ ਹੋਏ ਨੇ। ਜੀਵਨ ਤੋਂ ਸੇਧ ਮਿਲਦੀ ਹੈ ਤੇ ਲੈਣੀ ਚਾਹੀਦੀ, ਭਾਵੇਂ ਕਿਸੇ ਦੇ ਜੀਵਨ ਤੋਂ। ਵਾਲਮੀਕੀ ਜੀ ਪਹਿਲਾਂ ਰਿਸ਼ੀ ਨਹੀਂ ਸੀ, ਪਹਿਲਾਂ ਉਹਨਾਂ ਕੋਲ ਇਹ ਅਹੁਦਾ ਨਹੀਂ ਸੀ। ਪਹਿਲਾਂ ਇੱਕ ਧਾੜਵੀ ਸਨ, ਕਹਿ ਲਓ। ਆਉਂਦੇ ਜਾਂਦੇ ਰਾਹੀਆਂ ਨੂੰ ਲੁੱਟਣਾ, ਲੁੱਟ ਖਸੁੱਟ ਕਰਨੀ, ਜੀਵ ਘਾਤ ਕਰ ਦੇਣਾ ਉਹਨਾਂ। ਇੱਕ ਦਿਨ ਕੋਈ ਰੱਬ ਦਾ ਪਿਆਰਾ ਨਾਮ ਜਪਣ ਵਾਲਾ ਉਹ ਉਹਨਾਂ ਦੇ ਹੱਥੇ ਚੜ ਗਿਆ ਤੇ ਕਹਿਣ ਲੱਗਾ, ਰਿਸ਼ੀ ਵਾਲਮੀਕੀ ਜੀ ਕਹਿਣ ਲੱਗੇ ਕਿ ਭਾਈ ਜੋ ਕੁਛ ਤੇਰੇ ਕੋਲ ਹੈ, ਜੋ ਧਨ ਦੌਲਤ ਹੈ, ਜੋ ਵੀ ਤੇਰੇ ਕੋਲ ਹੈ, ਉਹ ਸਾਰਾ ਕੁਛ ਮੈਨੂੰ ਦੇ ਦੇ, ਨਹੀਂ ਤੇ ਤੈਨੂੰ ਮੈਂ ਜਾਨੋਂ ਮਾਰ ਦਾਂ, ਤੇਰਾ ਖਾਤਮਾ ਕਰ ਦੇਣਾ ਮੈਂ। ਉਹ ਰੱਬ ਦਾ ਪਿਆਰਾ ਕਹਿਣ ਲੱਗਾ ਕਿ ਭਲਿਆ ਸਾਡੇ ਸਾਧੂਆਂ ਕੋਲ ਕੀ ਹੁੰਦਾ ਹੈ? ਇੱਕ ਸੋਟਾ, ਇੱਕ ਲੋਟਾ ਤੇ ਇੱਕ ਲੋਟਾ। ਇਹ ਤਿੰਨ ਚੀਜ਼ਾਂ ਸਾਡੇ ਕੋਲ, ਹੋਰ ਕੁਛ ਨਹੀਂ। ਕਿ ਜੇ ਇਹ ਤੈਨੂੰ ਚਾਹੀਦੀਆਂ ਤੂੰ ਬੇਸ਼ੱਕ ਲੈ ਲੈ। ਕਹਿਣ ਲੱਗਾ ਨਹੀਂ, ਤੁਹਾਡੇ ਕੋਲ ਕੁਛ ਹੋਰ ਧਨ ਦੌਲਤ ਜੋ ਵੀ ਆ ਦੇ ਦਿਓ। ਕਹਿਣ ਲੱਗੇ ਠੀਕ ਹੈ, ਸਾਡੇ ਕੋਲ ਤੇ ਇਹੋ ਸਾਡੀ ਦੌਲਤ ਹੈ, ਪਰ ਜਿਹੜਾ ਕਰਮ ਤੂੰ ਕਰਦਾ ਪਿਆ, ਜੋ ਕਰਮ ਤੂੰ ਕਰਨ ਡਿਆ, ਇਸ ਕਰਮ ਬਾਰੇ ਕਦੇ ਵਿਚਾਰਿਆ? ਇਹ ਕਿਹੜਾ ਕਰਮ ਕਰ ਰਿਹਾ? ਕਹਿਣ ਲੱਗਾ ਜੀ ਕੀ ਮਤਲਬ? ਕਹਿਣ ਲੱਗੇ ਜਿਨ੍ਹਾਂ ਵਾਸਤੇ ਕਰਦਾ ਉਹਨਾਂ ਨੂੰ ਪੁੱਛ ਕੇ ਤੇ ਵੇਖ ਲਾਇਆ, ਜਦੋਂ ਅਖੀਰੀ ਸਮਾਂ ਆਵੇਗਾ, ਅੰਤਮ ਸਮਾਂ ਆਵੇਗਾ, ਉਹਨਾਂ ਵਿੱਚੋਂ ਕੋਈ ਤੇਰਾ ਸੰਗੀ ਬਣੇਗਾ, ਕੋਈ ਸਾਥੀ ਬਣੇਗਾ? ਇਹ ਲੋਕਾਂ ਨੂੰ ਮਾਰ ਮਾਰ ਕੇ, ਜੀਵ ਘਾਤ ਕਰਕੇ, ਲੁੱਟ ਘਸੁੱਟ ਕਰਕੇ ਤੂੰ ਆਪਣਾ ਪਰਿਵਾਰ ਪਾਲਦਾ ਹੈ। ਉਹ ਪਰਿਵਾਰ ਤੇਰਾ ਸਾਥ ਦੇਵੇਗਾ ਜਦੋਂ ਲੇਖਾ ਜੋਖਾ ਹੋਵੇਗਾ, ਜਦੋਂ ਦਰਗਾਹ ਵਿੱਚ ਲੇਖਾ ਹੋਣਾ। ਪੁੱਛ ਲੈ ਉਹਨਾਂ ਨੂੰ, ਕੋਈ ਸੰਗੀ ਬਣੂ ਤੇਰਾ? ਗੱਲ ਨੇ ਮਨ ਤੇ ਅਸਰ ਕੀਤਾ, ਗੱਲ ਤੇ ਸਹੀ ਹੈ, ਪਰ ਕਹਿਣ ਲੱਗਾ ਤੁਸੀਂ ਮੇਰੇ ਕੋਲ ਬਚਣ ਵਾਸਤੇ ਇਹ ਵਿਉਂਤ ਅਪਣਾ ਰਹੇ ਹੋ। ਕਹਿੰਦੇ ਨਹੀਂ, ਤੈਨੂੰ ਯਕੀਨ ਨਹੀਂ, ਤੂੰ ਸਾਨੂੰ ਇੱਥੇ ਦਰਖਤ ਦੇ ਨਾਲ ਬੰਨ ਜਾ, ਤੇਰੇ ਆਉਣ ਤੱਕ ਕਿਤੇ ਨਹੀਂ ਜਾਂਦੇ। ਤੂੰ ਘਰ ਵਾਲਿਆਂ ਨੂੰ ਪੁੱਛ ਕੇ ਆ ਕਿ ਕੋਈ ਤੇਰਾ ਸਾਥ ਦੇਵੇਗਾ। ਜਦੋਂ ਲੇਖਾ ਹੋਵੇਗਾ, ਜਦੋਂ ਅੰਤ ਨਿਬੇੜਾ ਹੋਵੇਗਾ, ਕੋਈ ਸੰਗੀ ਬਣੇਗਾ। ਕਹਿੰਦਾ ਠੀਕ ਹੈ ਜੀ, ਮੈਂ ਪੁੱਛ ਕੇ ਆਉਂਗਾ। ਘਰ ਗਿਆ, ਮਾਂ ਬਾਪ ਕੋਲ ਗਿਆ, ਜਾ ਕੇ ਪੁੱਛਣਾ ਕੀਤਾ ਕਿ ਮੈਂ ਜੋ ਇਹ ਲਿਆਉਣਾ, ਲੁੱਟ ਖਸੁੱਟ ਕਰਕੇ ਜਿਵੇਂ ਵੀ ਲਿਆਉਣਾ, ਜਦੋਂ ਅੰਤ ਵੇਲੇ ਲੇਖਾ ਦੇਣਾ ਪੈਣਾ, ਤੁਸੀਂ ਮੇਰੇ ਸਾਥੀ ਬਣੋਗੇ, ਮੇਰਾ ਦੁੱਖ ਵੰਡਾਓਗੇ ਉਸ ਵੇਲੇ? ਮਾਂ ਬਾਪ ਨੇ ਜਵਾਬ ਦੇ ਦਿੱਤਾ, ਕਹਿਣ ਲੱਗੇ ਪੁੱਤਰ ਸਾਡਾ ਫਰਜ਼ ਸੀ ਤੈਨੂੰ ਪਾਲਣਾ, ਤੇਰੀ ਪੋਸ਼ਣ ਕਰਨਾ। ਉਸ ਕਿੱਦਾਂ ਕੀਤੀ, ਕਿਵੇਂ ਕੀਤੀ, ਉਹ ਸਾਨੂੰ ਪਤਾ ਹੈ। ਹੁਣ ਤੇਰਾ ਫਰਜ਼ ਹੈ, ਸਾਡੇ ਤੇ ਬੁਢਾਪਾ ਹੈ, ਬਜ਼ੁਰਗੀ ਉਮਰ ਹੈ,
ਹੁਣ ਤੇਰਾ ਫਰਜ਼ ਆ, ਤੂੰ ਸਾਡੀ ਸੇਵਾ ਕਰਨੀ। ਉਹ ਕਿਵੇਂ ਕਰਨੀ, ਕਿੱਥੋਂ ਲਿਆਉਣਾ, ਕਿੱਦਾਂ ਕਰਦਾ, ਉਹ ਸਾਨੂੰ ਨਹੀਂ ਪਤਾ। ਹਾਂ, ਜੇ ਰਹੀ ਲੇਖੇ ਦੀ ਗੱਲ ਤੇ ਉਹ ਤੈਨੂੰ ਆਪ ਦੇਣਾ ਪੈਣਾ। ਸਾਡੇ ਵੱਲੋਂ ਦਿਹਾੜੀ ਕਰ, ਸਾਡੇ ਵੱਲੋਂ ਮਿਹਨਤ ਕਰ, ਸਾਡੇ ਵੱਲੋਂ ਚੋਰੀ ਚੁਕਾਰੀ ਕਰ, ਜਿੱਦਾਂ ਮਰਜ਼ੀ। ਜਵਾਬ ਮਿਲ ਗਿਆ ਮਾਂ। ਬੱਚਿਆਂ ਪਾਸ ਗਿਆ, ਕਹਿਣ ਲੱਗਾ ਕਿ ਮੈਂ ਜੋ ਵੀ ਕਰਦਾ ਲਿਆਉਣਾ ਤੁਹਾਨੂੰ ਖਵਾਉਣਾ, ਤੁਸੀਂ ਅੰਤ ਵੇਲੇ ਮੇਰਾ ਸਾਥ ਦਿਓਗੇ। ਬੱਚਿਆਂ ਨੇ ਕਿਹਾ ਪਿਤਾ ਜੀ ਤੁਹਾਡੇ ਮਾਂ-ਬਾਪ ਨੇ ਤੁਹਾਨੂੰ ਪਾਲਿਆ, ਤੁਹਾਡਾ ਫਰਜ਼ ਬਣਦਾ ਤੁਸੀਂ ਸਾਨੂੰ ਪਾਲਣਾ। ਕਿੱਦਾਂ ਪਾਲਦੇ ਹੋ, ਕਿਵੇਂ ਕਰਦੇ ਹੋ, ਇਹ ਸਾਨੂੰ ਨਹੀਂ ਪਤਾ। ਲੇਖੇ ਦੀ ਗੱਲ ਰਹੀ, ਉਹ ਤੁਹਾਨੂੰ ਆਪ ਦੇਣਾ ਪੈਣਾ। ਅਖੀਰੀ ਆਪਣੀ ਪਤਨੀ ਕੋਲ ਗਿਆ। ਅਗਲੀ ਤੁਕ ਜਿਹੜੀ ਹੈ ਨਾ, ਸਤਿਗੁਰੂ ਜੀ ਨੇ ਪਾਵਨ ਮੁਖਵਾਕ ਵਿੱਚ ਵੀ ਇਹੋ ਫਰਮਾਈ ਹੈ। ਪਤਨੀ ਕੋਲ ਗਿਆ, ਕਿਉਂਕਿ ਬੜਾ ਨੇੜੇ ਦਾ ਰਿਸ਼ਤਾ ਹੁੰਦਾ ਪਤਨੀ ਦੇ ਨਾਲ। ਪੁੱਛਣਾ ਕੀਤਾ, ਭਲੀਏ ਜੋ ਕੁਝ ਕਰਦਾ ਲਿਆਉਣਾ ਖਵਾਉਣਾ ਪਰਿਵਾਰ ਨੂੰ, ਤੁਹਾਡਾ ਸਾਥ ਦੇਂਗੇ ਕੀ? ਕਹਿਣ ਲੱਗੀ ਜੀ ਸਾਥ ਉਹਨੇ ਜ਼ਿਕਰ ਆ ਜਿੰਨਾ ਜ਼ਿਕਰ ਤੁਸੀਂ ਸੰਗੀ ਹੋ, ਸਾਥੀ ਹੋ ਦੁਨਿਆਵੀ। ਮੇਰੇ ਮਾਂ ਬਾਪ ਨੇ ਤੁਹਾਡੇ ਲੜ ਲਾਇਆ, ਤੁਸੀਂ ਕਿਵੇਂ ਕਰਦੇ, ਕਿੱਥੋਂ ਕਰਦੇ? ਤੁਹਾਡਾ ਜਿਹੜਾ ਇਹ ਫਰਜ਼ ਬਣਦਾ ਹੈ ਲਿਆਉਣਾ ਚੰਗੇ ਕਰਮ ਕਰਕੇ ਜਾਂ ਮਾੜੇ ਕਰਮ ਕਰਕੇ। ਅੰਤ ਵੇਲੇ ਸਾਥ ਮੈਂ ਲੇਖੇ ਵਿੱਚ ਸਾਥ ਨਹੀਂ ਦੇ ਸਕਦਾ। ਜਵਾਬ ਮਿਲ ਗਿਆ, ਕਰਦੇ ਆਪਾਂ ਵੀ ਕਿਵੇਂ ਝਾਤੀ ਮਾਰ ਕੇ ਵੀ ਕਿਤੇ ਕਿਸੇ ਨਾਲ ਠੱਗੀ ਪ੍ਰੇਮ ਤੇ ਨਹੀਂ ਕਰ ਸਕਦੇ, ਧੋਖਾ ਤੇ ਨਾ ਕਰਦੇ ਆ। ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਖਦਾਰਾ ਪੈ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀਵ ਦਾ ਲੀਜੈ। ਕਹਿੰਦੇ ਬੜੇ ਪਰਪੰਚ ਕਰ ਕਰਕੇ, ਬੜੀਆਂ ਖੇਡਾਂ ਖੇਡ ਕੇ, ਠੱਗੀਆਂ ਮਾਰ ਕੇ ਜਾਂ ਹੋਰ ਕਈ ਤਰੀਕੇ ਵਰਤ ਕੇ ਮਾਇਆ ਇਕੱਠੀ ਕਰਦਾ ਹੈ। ਸੁਖਦਾਰਾ ਪੈ ਆਨ ਲੁਟਾਵੈ। ਧੀਆਂ ਪੁੱਤਰਾਂ ਪਰਿਵਾਰ ਉੱਤੇ ਆਣ ਕੇ ਲਟਾਉਂਦਾ, ਕਹਿੰਦਾ ਖਾਓ ਜਿੰਨੇ ਜ਼ਿਕਰ ਮੈਂ ਹੈਗਾ, ਤੁਹਾਨੂੰ ਪਰਵਾਹ ਕਰਨ ਦੀ ਲੋੜ ਨਹੀਂ। ਪਰ ਭਗਤ ਜੀ ਫਰਮਾਉਂਦੇ ਨੇ, ਗੁਰੂ ਸਾਹਿਬ ਦੀ ਬਾਣੀ ਦਾ ਫਰਮਾਨ ਹੈ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਖਦਾਰਾ ਪੈ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀਵ ਹੈ। ਭੁੱਲ ਕੇ ਵੀ ਕਿਸੇ ਨਾਲ ਕਪਟ ਧਰੋ ਨਾ ਕਮਾਈ, ਧੋਖਾ ਨਾ ਕਰੀ, ਅੰਤ ਵੇਲੇ ਲੇਖਾ ਤੇਰੀ ਜਾਨ ਨੂੰ ਦੇਣਾ ਪੈਣਾ। ਕਿਸੇ ਨੇ ਸੰਗੀ ਨਹੀਂ ਬਣਨਾ, ਕਿਸੇ ਨੇ ਸਾਥ ਨਹੀਂ ਦੇਣਾ। ਬਾਲਮੀਕੀ ਜੀ ਨੂੰ ਜਵਾਬ ਹੋ ਗਿਆ, ਆ ਕੇ ਰਿਸ਼ੀ ਦੇ ਪੈਰੀ ਪੈ ਗਿਆ, ਸਾਧੂ ਦੇ ਪੈਰੀ ਪੈ ਗਿਆ। ਕਹਿਣ ਲੱਗਾ ਜੀ ਤੁਸੀਂ ਤੇ ਮੇਰੀਆਂ ਅੱਖਾਂ ਖੋਲ ਦਿੱਤੀਆਂ, ਇਹਨਾਂ ਵਿੱਚ ਤੇ ਕੋਈ ਵੀ ਸੰਗੀ ਨਹੀਂ। ਕਹਿਣ ਲੱਗੇ ਫਿਰ ਰੱਬ ਦਾ ਨਾਮ ਲਿਆ ਕਰ, ਜਿਹਨੇ ਸੰਗੀ ਬਣਨਾ, ਜਿਹਨੇ ਸਾਥ ਦੇਣਾ, ਜਿਹਨੇ ਸਾਥ ਨਿਭਣਾ। ਤੇ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਕਿ ਭਾਈ ਘਰ ਕੀ ਨਾਰ ਬਹੁਤ ਹਿਤ ਜਾਸੁ, ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਪਾਤੀ। ਉਹਦੇ ਘਰ ਵਾਲੀ ਦਾ ਰਿਸ਼ਤਾ ਨੇੜੇ ਦਾ, ਉਹ ਨੇੜੇ ਹੁੰਦੀ ਹੈ, ਪਰ ਜਦੋਂ ਇਹ ਕਾਇਆ ਦੇ ਵਿੱਚੋਂ ਹੰਸ ਉਡਾਰੀ ਮਾਰ ਜਾਂਦਾ ਹੈ, ਜੀਵ ਆਤਮਾ ਚਲੀ ਜਾਂਦੀ, ਮਿੱਟੀ ਦੀ ਢੇਰੀ ਹੋ ਜਾਂਦਾ ਹੈ, ਉਦੋਂ ਉਹ ਵੀ ਸਾਥ ਛੱਡ ਦਿੰਦੀ, ਉਦੋਂ ਉਹ ਵੀ ਨਾਲ ਨਹੀਂ ਨਿਭਦੀ। ਤੇ ਫਿਰ ਗੁਰੂ ਸਾਹਿਬ ਜੀ ਫਰਮਾਉਂਦੇ ਨੇ, ਭਾਈ ਇਹ ਬਿਲਕੁਲ ਵਿਵਹਾਰ ਬਣਿਓ ਹੈ, ਜਾਸੋ ਨਿਹੋ ਲਗਾਇਓ। ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਕਹਿੰਦੇ ਇਹ ਤੇ ਵਿਧੀ ਦਾ ਵਿਧਾਨ ਬਣਿਆ, ਸੰਸਾਰ ਵਿੱਚੋਂ ਸਾਰਿਆਂ ਜਾਣਾ, ਪਰ ਜਿਨ੍ਹਾਂ ਦੇ ਨਾਲ ਤੂੰ ਮੋਹ ਪਾਈ ਬੈਠਾ ਹੈ, ਜਿਨ੍ਹਾਂ ਦੇ ਨਾਲ ਤੇਰਾ ਸਨੇਹ ਬਣਿਆ, ਅਸਲ ਵਿੱਚ ਉਹ ਰਿਸ਼ਤੇ, ਉਹ ਨਾਤੇ, ਉਹ ਕੂੜ ਨੇ, ਝੂਠ ਨੇ। ਸਾਰਾ ਕੁਝ ਖਾਕ ਹੋਣ ਵਾਲਾ ਹੈ ਤੇ ਤੂੰ ਭੁਲੇਖਾ ਪਾਈ ਬੈਠਾ ਕਿ ਇਹ ਮੇਰੇ ਸੰਗੀ ਨੇ, ਸਾਥ ਨੇ। ਅੰਤ ਵਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਪਰਮੇਸ਼ਰ ਦੇ ਨਾਮ ਤੋਂ ਬਗੈਰ ਅੰਤ ਵੇਲੇ ਕਿਸੇ ਨੇ ਸਹਾਈ ਨਹੀਂ ਹੋਣਾ, ਕਿਸੇ ਨੇ ਤੇਰਾ ਸੰਗੀ ਨਹੀਂ ਬਣਨਾ। ਇੱਥੋਂ ਤੇ ਸਾਰੇ ਜਿਹੜੇ ਆ ਨਾ,
ਜਿਹੜੇ ਆਏ ਵੀ ਨੇ ਸਭ ਨੇ ਜਾਣਾ। ਸਾਰੇ ਇੱਥੇ ਗੁਰੂ ਸਾਹਿਬ ਦੀ ਬਾਣੀ ਦਾ ਫਰਮਾਨ ਹੈ ਭਾਈ ਕਿ ਸਭਨੀ ਸਹੁਰੇ ਵੰਜਣਾ ਸਭ ਕਲਾਵਣ ਹਾਰ। ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇਆ ਸਤਿਗੁਰੂ ਮੈਂ ਪਾਇਆ ਸਤਿਗੁਰ ਕਾ ਪਾਇਆ ਸਹਿਜ ਕੀ ਮਨ ਜੀਆ ਵਾਧਾਈਆ। ਰਾਗ ਰਤ ਪਰਿਵਾਰ ਕਰੀਆਂ ਸ਼ਬਦ ਗਾਵਨ ਆਈਆ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਮੰਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤਿਸ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰ ਸਭ ਸਵਾਰਨਾ ਸਭਨਾ ਗਲਾਂ ਸਮਰਤ ਸੁਆਮੀ ਸੋ ਕਿਉ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਤਿਸ਼ ਹੈ ਜਿਸ ਦੇਹੇ ਸੋ ਪਾਵੇ ਸਦਾ ਸੁਖ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਬਿਨ ਕਹਿ ਮਨ ਸਿਆਵਾ ਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਦਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਮ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਭੂਤ ਤਦਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਰ ਜਨ ਕੋਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਕਹਿ ਸੋਵਾ ਤਿਤ ਕਰ ਅਨਹਦ ਰਾਜੇ ਆਨੰਦ ਸੁਨਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਰਸੂ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਨ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਕਰ ਪੂਰੇ ਗੁਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਕਰ ਪੂਰੇ ਗੁਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਕੋਈ ਦਾਈ ਦਾਇਆ ਹਿੱਲੈ ਸਗਲ ਜਗਤ ਚੰਗਿਆਈਆਂ ਬੜਿਆਈਆਂ ਵਾਚਾ ਕਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਨਿਮਾਣਿਆ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉਹਦਿਆਂ ਦੀ ਖੋਜ ਨੇ ਆਸਰਿਆਂ ਦੇ ਆਸਰੇ ਹਾਜ਼ਰ ਨਾਲ ਤਖਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੋਈ ਸੱਚੇ ਪਾਤਸ਼ਾਹ ਜੀ ਆਪ ਦੇ ਮਹਾਵਾਕਾਂ ਜਿਹਾ ਜੀ ਲਿਖਿਆ ਤੇ ਹੈ ਹੁਕਮ ਕਮਾਏ ਕੱਲ ਹੈ ਆਵੇ ਨਾਨਕਾ ਸਤਿਓ ਤੇ ਜਾਹਿਓ ਮਹਾਵਾਕਾਂ ਅਨੁਸਾਰ ਦਰ ਕਰਦੇ ਕੀਰਤਵਾਨ ਸਵਰਗਵਾਸੀ ਸਰਦਾਰ ਹਰਦੇਵ ਸਿੰਘ ਉਹਨਾਂ ਦੀ ਸੁਪਤਨੀ ਮਾਤਾ ਮਹਿੰਦਰ ਕੌਰ ਸੱਚੇ ਪਾਤਸ਼ਾਹ ਜੀ ਆਪ ਨੇ ਜਿਨੀ ਆਰਜ਼ੂ ਬਖਸ਼ਿਸ਼ ਕੀਤੀ ਸੀ ਭੋਗਦੇ ਹੋਏ ਸੰਸਾਰ ਨੂੰ ਸੁਦੀਵੀ ਦੇ ਛੋੜਾ ਦੇ ਗਏ ਪਿੱਛੇ ਉਹਨਾਂ ਦੇ ਪਰਿਵਾਰ ਦੇ ਨਾਲ ਮਿਲ ਕੇ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਰੂਹ ਦੇ ਭਲੇ ਵਾਸਤੇ ਆਪ ਜੀ ਦੇ ਚਰਨ ਪਰਸੇ ਇਲਾਹੀ ਬਾਣੀ ਧਰਤੀ ਬਾਣੀ ਆਈ ਸਗਲੀ ਜਿੰਦ ਮਤਾਈ ਦੇ ਸ਼੍ਰੀ ਆਖਾਨੀ ਪਾਠ ਸਾਹਿਬ
ਆਪਣੀ ਗ੍ਰਹਿ ਵਿੱਚ ਪ੍ਰਸੋਰ ਤੋਂ ਪ੍ਰਾਰੰਭ ਕਰਵਾਏ ਬਾਣੀ ਆਪ ਤੋਂ ਮੱਧ ਨਿਰਗਤਾ ਸਾ ਸੰਪੂਰਨ ਭੋਗ ਪਏ ਉਪਰੰਤ ਭਲੇ ਪੰਡਾਲਾਂ ਆਪ ਦੇ ਦੀਵਾਨ ਸੱਜੇ ਸੱਜੇ ਪਾਤਸ਼ਾਹ ਜੀ ਇਲਾਹੀ ਬਾਣੀ ਕੇ ਕੀਰਤਨ ਕਥਾ ਵਿਚਾਰਾ ਹੋਈਆਂ ਬਾਣੀ ਕੇ ਯਾਦ ਕਰਦਿਆਂ ਕਥਾ ਕੀਰਤਨ ਕਰਦਿਆਂ ਪਵਿੱਤਰ ਗੋਦ ਵਿੱਚ ਵਿਚਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਣਗੀਆਂ ਕਰ ਚੁੱਕੀ ਜੀ ਮਹਾ ਅਣਜਾਣ ਬੱਚੇ ਸਮਝ ਕਰਕੇ ਮੁਆਫ ਕਰਨਾ ਜੀ ਆਗਾਨ ਤੋਂ ਚਿੰਤਾ ਉਤਾਰ ਸੋਝੀ ਬਖਸ਼ਿਸ਼ ਕਰਨੀ ਬੜੀ ਸੁਣੀ ਬਾਣੀ ਦਾ ਭਾਵ ਸੇਵਾ ਦਾ ਭਾਵ ਵਿਛੜੀ ਰੂਹ ਨੂੰ ਪ੍ਰਾਪਤ ਕਰਵਾਉਣਾ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨਾ ਜੋ ਆਵਾਗਮ ਦੇ ਚੱਕਰ ਤੋਂ ਬਚਾਉਣਾ ਪਰਿਵਾਰ ਨੂੰ ਭਾਣਾ ਮੰਨਦਾ ਬਾਬੂ ਨੂੰ ਬਖਸ਼ਿਸ਼ ਕਰਨਾ ਦਰਦ ਨਾਮਦਾਨ ਤੋਂ ਸਿੱਖੀ ਜੜੀਆਂ ਕਲਾ ਬਖਸ਼ਿਸ਼ ਕਰਨੀਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਾ ਪ੍ਰਵਾਨ ਕਰਨੀਆਂ ਗੁਰੂ ਨਾਮਦਾਨ ਤੋਂ ਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਮੇਰੇ ਪਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਮੰਚ ਕੜਾ ਪ੍ਰਸ਼ਾਦ ਦੀ ਸੇਵਾ ਹਾਜ਼ਰ ਹੈ ਅਨੰਦ ਪ੍ਰਕਾਰ ਭੋਜਨ ਬਹੁ ਕੀਜੇ ਬਹੁ ਜਨ ਵਿਸ਼ਕਾਏ ਕਰੀ ਪਾਕ ਸਾਲ ਸੋਚ ਵਿਚਰਾ ਲਾਭੋ ਭੋਗ ਹੈ ਆਪਨੂੰ ਭੋਗ ਲੱਗਿਆ ਪ੍ਰਸ਼ਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਛਕੇ ਆਪਣਾ ਪਵਿੱਤਰ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਨਾਮ ਜਪਿਆ ਮੀਆਂ ਸੰਤਾਂ ਵਾਸਤੇ ਲੰਗਰ ਭੰਡਾਰੇ ਤਿਆਰ ਕੀਤੇ ਨੇ ਖਾਵ ਤਰਜ ਰਲ ਭਾਈ ਤੋੜ ਨਾ ਆਵੇ ਵੱਧ ਹੋ ਜਾਈਏ ਮਹਾਵਾਰ ਸੰਸਾਰ ਭੰਡਾਰੇ ਪੁੱਤਰ ਨੇ ਕਮਾਈਆਂ ਸਤਿਆਂ ਕਰਨੀਆਂ ਪਰਿਵਾਰਾਂ ਨੂੰ ਸੁਖ ਸ਼ਾਂਤੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਮੇਰ ਭਰਿਆ ਹੱਥ ਰੱਖਣਾ ਜੀ ਕਰੋ ਕਿਰਪਾ ਕਲਿਆਣਕਾਰੀ ਹੁਕਮ ਬਖਸ਼ਿਸ਼ ਕਰ ਸੰਤਾਂ ਨੂੰ ਪ੍ਰਾਪਤ ਕਰੋ ਸੁਖ ਹੋਵੇ ਆਪ ਜੀ ਦਾ ਨਾਮ ਜਪਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਸ੍ਰੀ ਵਾਹਿਗੁਰੂ ਸਾਹਿਬ ਜੀ ਗੰਤੌਤ ਬੰਧਨ ਅਨਕਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਪੁੱਛੋ ਜਾਏ ਸਿਆਣਿਆ ਆਗੇ ਮਿਲਨ ਕਨਾਹਾ ਕਿਆ ਜਾਣਾ ਕਿਵ ਮਰੇਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨ ਹੋ ਨਾ ਵਿਸਰੈ ਤਾ ਸਹਿਲਾ ਮਰਨਾ ਹੋਏ ਸੋ ਕਹੋ ਤਲ ਗੁਰ ਸੇਵੀਆ ਅਹਮ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਖ ਦੁਖ ਸਮਦੀ ਨੂਰ ਅਰਸੋ ਪਰਸਹੁ ਝਕੀਆ ਤੁਧ ਡਿਠਾ ਸਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤਸ਼ਾਹ ਸ੍ਰੀ ਸ਼ਾਹ ਮਹੰਦੈ ਸ਼ਾਹ ਜਿਸ ਪਾਸ ਬਹਿਣਿਆ ਸੋਹੀਐ ਸਭਨਾ ਦਾ ਵੇਸਾ ਹੋ ਸੋਰਠ ਮਹਲਾ ਨਵਾਂ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇਹ ਹਰ ਭੈ ਨਹੀਂ ਜਾਗੈ ਕੰਚਨ ਮਾਟੀ ਮਾਨੈ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇਹੋ ਹਰ ਭੈ ਨਹੀਂ ਜਾਗੈ
कंचन माटी मानै रहाओ। नहन दया नह उस्तत जाकै, लोभ मोह अभिमाना। हरक सोग तेरा न्यारो, ना है मान अपमाना। आसा मनसा सगल त्यागै, जगते रहै निराशा। काम क्रोध जह करसै नाहन, ते घट ब्रह्म निवासा। गुर कृपा जह नर को कीनी, तिह एह जुगत पछानी। नानक लीन भयो गोबिंद स्यों, ज्यों पानी संग पानी। गुर कृपा जे नर को कीनी, तिह एह जुगत पछानी। नानक लीन भयो गोबिंद स्यों, ज्यों पानी संग पानी। वाहेगुरु जी का खालसा, वाहेगुरु जी की फतेह। ਅਸੀਂ ਸੰਕੋਚ ਕਰਦੇ ਹਾਂ ਹਾਜ਼ਰੀ ਲਵਾਇਆ ਕਰੋ ਗੁਰੂ ਮਹਾਰਾਜ ਦੇ ਚਰਨਾਂ 'ਚ। ਵਾਹਿਗੁਰੂ ਜੀ का ਖਾਲਸਾ, ਵਾਹਿਗੁਰੂ जी की फतेह। गुरु रूप साध संगत जी, आप सब ਨੂੰ ਪਤਾ ਹੀ ਹੈ, ਗੁਰਬਾਣੀ ਤੁਸੀਂ ਰੋਜ਼ ਸੁਣਦੇ ਹੋ, ਰੋਜ਼ ਪੜ੍ਹਦੇ ਹੋ। ਅਮਲ ਕਿੰਨਾ ਕਰਦੇ ਆ ਉਹਦੇ ਤੇ ਨਿਰਭਰ ਕਰਦਾ। ਮੈਂ ਅੱਜ ਜਦੋਂ ਸਵੇਰੇ ਪਰਮਜੀਤ ਜੀ ਦੇ ਸੁਨੇਹੇ ਤੇ ਮੈਂ ਇੱਥੇ ਆਉਣਾ ਲੋਚ ਰਿਹਾ ਸੀ, ਤੇ ਉਸ ਤੋਂ ਪਹਿਲਾਂ ਮੈਂ ਹਰਿਮੰਦਰ ਸਾਹਿਬ ਦਾ ਮੁੱਖ ਵਾਕ ਜਿਹੜਾ ਉਹ ਸੁਣ ਰਿਹਾ ਸੀ ਨਾ। ਆ ਜਿਹੜਾ ਗੁਰੂ ਮਹਾਰਾਜ ਗੁਰੂ ਨੌਵੇਂ ਪਾਤਸ਼ਾਹ ਨੇ ਦਿੱਤਾ ਨਾ ਹੁਕਮ, ਇਸੇ ਤਰ੍ਹਾਂ ਦਾ ਹੀ ਹੁਕਮ ਹੈ। ਇਹਦੇ ਵਿੱਚ ਤੁਹਾਨੂੰ ਚੇਤਨ ਕਰਦੀ ਆ ਵੀ ਜਿਹਦੇ ਤੇ ਕਿਰਪਾ ਕਰਤੀ ਪ੍ਰਮਾਤਮਾ ਨੇ, ਉਹਨੂੰ ਜੁਗਤ ਦਾ ਪਤਾ ਲੱਗ ਜਾਂਦਾ, ਇਸ ਜੀਵਨ ਦੀ ਜੁਗਤ ਦਾ। ਤੇ ਅੱਜ ਦਾ ਜਿਹੜਾ ਮੁੱਖ ਵਾਕ ਹੈ ਜਿਹੜਾ, ਉਹਦੇ ਵਿੱਚ ਵੀ ਤੁਹਾਨੂੰ ਗੁਰੂ ਮਹਾਰਾਜ ਜੀ ਕੋਈ ਗੱਲ ਕਹਿੰਦੇ ਆ ਕਿ ਜੇ ਭੁੱਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਸੁਖ ਦੇ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਜੇ ਦੁੱਖ ਦੇ ਤਾਂ ਤੁਝੇ ਆਰਾਧੀ, ਸੁਖ ਵਿੱਚ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਇਹੀ ਗੱਲ ਜੇ ਸਾਡੇ ਹਿਰਦੇ ਵਿੱਚ ਵਸ ਜੇ, ਸਾਡਾ ਜੀਵਨ ਜਿਹੜਾ ਸਫਲਾ ਹੋ ਸਕਦਾ। ਅਸੀਂ ਇਦਾਂ ਦਾ ਜੀਵਨ ਬਣਾਉਂਦੇ। ਤੇ ਜਿੱਥੋਂ ਤੱਕ ਅੱਜ ਜੇ ਗੱਲ ਕਰੀਏ ਸਰਦਾਰ ਹਰਦੇਵ ਸਿੰਘ ਜੀ ਦੀ ਸੁਪਤਨੀ ਬੀਬੀ ਮਹਿੰਦਰ ਕੌਰ ਜੀ, ਜੋ ਇਸ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ, ਉਹਨਾਂ ਦੇ ਬਾਰੇ ਮੈਂ ਗੁਰੂ ਮਹਾਰਾਜ ਦੀਆਂ ਇਹ ਸਤਰਾਂ ਬੋਲਣੀਆਂ ਚਾਹਾਂਗਾ ਜੋ ਢੁਕਦੀਆਂ ਕਿ ਗੁਰਮੁਖ ਜਨਮ ਸਵਾਰ, ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੰਡ। ਉਹੀ ਗੁਰਮੁਖ ਹੈ ਜਿਹਦਾ ਮੂੰਹ ਗੁਰੂ ਵੱਲ ਹੈ, ਜਿਹਦਾ ਗੁਰੂ ਦੇ ਹਰ ਹੁਕਮ ਨੂੰ ਮੰਨਣ ਵਾਲਾ ਨੂੰ ਜਿਹਦਾ ਮੂੰਹ ਹੈ, ਜਿਹੜਾ ਗੁਰੂ ਦੇ ਹਰ ਹੁਕਮ ਨੂੰ ਮੰਨਦਾ, ਉਹ ਆ ਗੁਰਮੁਖ। ਅਸੀਂ ਸਾਰੇ ਗੁਰਮੁਖ ਨਹੀਂ ਹੋ ਸਕਦੇ, ਮਾਫ ਕਰਨਾ। ਗੁਰਮੁਖ ਉਹ ਜਿਹੜਾ ਗੁਰੂ ਦੀ ਕਹੀ ਇੱਕ ਇੱਕ ਗੱਲ ਨੂੰ ਕੋਸ਼ਿਸ਼ ਕਰਦਾ, ਹੁੰਦੀ ਨਹੀਂ ਹੁੰਦੀ ਪ੍ਰਮਾਤਮਾ ਤੇ ਛੱਡੇ, ਕੋਸ਼ਿਸ਼ ਕਰਦਾ। ਜਿੱਥੋਂ ਤੱਕ ਮਾਤਾ ਜੀ ਦਾ ਜੀਵਨ ਸੀ, ਮਹਿੰਦਰ ਕੌਰ ਜੀ ਦਾ, ਬੀਬੀ ਜੀ ਦਾ, ਬੜਾ ਸਾਦਾ ਤੇ ਸਰਲ ਜਿਹਾ ਜੀਵਨ ਉਹਨਾਂ ਨੇ ਜੀਵਿਆ। ਪਰ ਆਪਣੇ ਬੱਚਿਆਂ ਨੂੰ, ਤਿੰਨਾਂ ਬੇਟੀਆਂ ਨੂੰ, ਦੋਨਾਂ ਬੇਟਿਆਂ ਨੂੰ ਜਿਹੜਾ ਸਭ ਤੋਂ ਵਡਮੁੱਲਾ ਹੀਰਾ ਐਜੂਕੇਸ਼ਨ ਦਾ ਉਹ ਦਿੱਤਾ, ਔਰ ਉਹਨਾਂ ਦਾ ਸਾਰਾ ਕਾਰ ਵਿਹਾਰ ਕਰਵਾਇਆ ਉਹਨਾਂ ਦਾ ਸਾਰਾ। ਔਰ ਅੱਜ ਭਾਵੇਂ ਸਰਦਾਰ ਪਰਮਜੀਤ ਸਿੰਘ ਜੀ ਚੇਅਰਮੈਨ ਸਾਹਿਬ ਔਰ ਸਰਦਾਰ ਹਰਜੀਤ ਸਿੰਘ ਜੀ, ਉਹਨਾਂ ਦੇ ਦੋਨੇ ਬੇਟੇ, ਉਹਨਾਂ ਦੀਆਂ ਬੇਟੀਆਂ ਜਸਵਿੰਦਰ ਕੌਰ, ਉਹਨਾਂ ਦੇ ਪਤੀ ਸਾਡੇ ਜਵਾਈ ਭਾਈ ਗੁਰਇਕਬਾਲ ਸਿੰਘ ਜੀ, ਪਰਮਜੀਤ ਕੌਰ ਤੇ ਸਰਦਾਰ ਚਰਨਜੀਤ ਸਿੰਘ ਜੀ, ਇਹ ਮੇਰੇ ਕਲਾਸ ਫੈਲੋ, ਅਸੀਂ ਇਕੱਠੇ ਪੜ੍ਹੇ, ਐਮਏ ਇਕੱਠੇ ਕਰਦੇ ਰਹੇ।
ਔਰ ਗੁਰਵਿੰਦਰ ਕੌਰ ਵਾਈਫ ਆਫ ਹਰਜਿੰਦਰ ਸਿੰਘ ਜੀ ਸੋਢੀ, ਇਹ ਵੀ ਸਾਡੇ ਇਸੇ ਇਲਾਕੇ ਦੀ ਇੱਕ ਸ਼ਾਨ ਹੈ। ਔਰ ਇਹ ਜਿਹੜੀ ਉਹਨਾਂ ਦੀ ਛੱਡ ਗਏ, ਜਿਹੜੀ ਪਿੱਛੇ ਫੁਲਵਾੜੀ ਛੱਡ ਗਏ ਆ, ਇਹ ਉਹਨਾਂ ਦੇ ਗੁਣ ਹੈ ਇਹਨਾਂ ਵਿੱਚ, ਸਾਰੇ ਪਰਿਵਾਰ ਦੇ ਇਹਨਾਂ ਮੈਂਬਰਾਂ ਵਿੱਚ। ਜਿੱਥੋਂ ਤੱਕ ਮੌਤ ਦਾ ਸੰਬੰਧ ਹੈ, ਮੌਤ ਦੇ ਬਾਰੇ ਬਾਬਾ ਫਰੀਦ ਜੀ ਬਹੁਤ ਵਧੀਆ ਕਹਿੰਦੇ ਆ, ਤੇ ਜੇ ਅਸੀਂ ਸਮਝ ਜਾਈਏ ਤਾਂ ਸਾਨੂੰ ਸਾਰੀ ਜ਼ਿੰਦਗੀ ਦਾ ਸਾਰ ਮਿਲ ਜਾਂਦਾ। ਇਸ ਦੇਹ ਨੂੰ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਮਿੱਟੀ ਕਿਹਾ, ਖਾਕ ਕਿਹਾ, ਡਸਟ ਕਿਹਾ ਇੰਗਲਿਸ਼ ਦੇ ਵਿੱਚ, ਪਰ ਉਹ ਕਿਸ ਤਰ੍ਹਾਂ ਕਿਹਾ ਆ? ਬਾਬਾ ਫਰੀਦ ਜੀ ਕਹਿੰਦੇ ਆ, ਵੇਖ ਫਰੀਦਾ ਮਿੱਟੀ ਖੁੱਲੀ। ਮੁਸਲਮਾਨ ਸੀ, ਕਬਰ ਪੁੱਟਦੇ ਆ, ਵਿੱਚ ਸਰੀਰ ਰੱਖਦੇ, ਉਹ ਵੀ ਮਿੱਟੀ, ਜਿਹੜੀ ਉੱਤੇ ਪਾਣੀ ਉਹ ਵੀ ਮਿੱਟੀ। ਉਹਦੇ ਬਾਰੇ ਆ ਉਹਨਾਂ ਨੂੰ ਦੱਸਿਆ, ਵੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ। ਨਾ ਕਰ ਬੰਦਿਆ ਮੇਰੀ ਮੇਰੀ, ਨਾ ਇਹ ਤੇਰੀ ਨਾ ਇਹ ਮੇਰੀ, 4 ਦਿਨਾਂ ਦਾ ਦੁਨੀਆ ਮੇਲਾ, ਫਿਰ ਮਿੱਟੀ ਦੀ ਬਣਨਾ ਢੇਰੀ। ਵੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਨਾਲ ਨਾ ਧੋਖਾ ਕਰ ਤੂੰ, ਜਿਸ ਪਰਪਸ ਲਈ ਮਿਲੀ ਆ, ਭਾਈ ਪ੍ਰਾਪਤ ਮਨ ਖੁਦੇ ਹੋਈ ਆ, ਇਸ ਲਈ ਮਿਲੀ ਆ। ਮਿੱਟੀ ਨਾਲ ਨਾ ਧੋਖਾ ਕਰ ਤੂੰ ਵੀ ਮਿੱਟੀ ਮੈਂ ਵੀ ਮਿੱਟੀ, ਜ਼ਾਤ ਪਾਤ ਦੀ ਗੱਲ ਨਾ ਕਰ ਤੂੰ, ਜ਼ਾਤ ਸਿਰਫ ਖੁਦਾ ਦੀ ਉੱਚੀ, ਬਾਕੀ ਸਭ ਕੁਝ ਮਿੱਟੀ ਮਿੱਟੀ। ਵੇਖ ਫਰੀਦਾ ਮਿੱਟੀ ਖੁੱਲੀ। ਤੇ ਜੇ ਬੁੱਲੇ ਸ਼ਾਹ ਜੀ ਨਾਲ ਗੱਲ ਕੀਤੀ ਕਿ ਤੁਸੀਂ ਮੌਤ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਤੇ ਬੁੱਲੇ ਸ਼ਾਹ ਜੀ ਕਹਿੰਦੇ ਆ, ਬੁੱਲੇ ਸ਼ਾਹ ਇੱਥੇ ਸਭ ਪਰਾਉਣੇ, ਕਿਸੇ ਨਾ ਇੱਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ। ਬੁੱਲੇ ਸ਼ਾਹ ਰੰਗ ਫਿੱਕੇ ਹੋਏ ਤੇਰੇ ਬਾਝੋਂ ਸਾਰੇ, ਤੂੰ ਕਰਕੇ ਜਿੱਤ ਗਏ ਸਾਂ, ਮੈਂ ਕਰਕੇ ਹਾਰੇ। ਵਾਹਿਗੁਰੂ, ਮੈਂ ਜਦ ਤੇਰਾ ਓਟ ਆਸਰਾ ਲਿਆ, ਇਹ 84 ਲੱਖ ਜੂਨਾਂ ਵਿੱਚ ਮੈਂ ਹਮੇਸ਼ਾ ਤਰ ਕੇ ਗਿਆ, ਤੇ ਜਦੋਂ ਮੈਂ ਹਉਮੈ ਪਾਲ ਲਈ, ਮੇਰੇ ਵਰਗਾ ਵੱਡਾ ਇਨਸਾਨ ਕੋਈ ਨਹੀਂ, ਮੇਰੇ ਵਰਗਾ ਵੱਡਾ ਅਮੀਰ ਕੋਈ ਨਹੀਂ, ਮੇਰੇ ਵਰਗਾ ਵੱਡਾ ਸਿਆਣਾ ਕੋਈ ਨਹੀਂ, ਮੇਰੇ ਵਰਗਾ ਵੱਡਾ ਲੀਡਰ ਕੋਈ ਨਹੀਂ, ਤਦ ਮੈਂ ਇਸ ਸੰਸਾਰ ਵਿੱਚੋਂ ਹਾਰ ਕੇ ਗਿਆ। ਔਰ ਜੇ ਅੱਜ ਗੱਲ ਕੀਤੀ ਜਾਵੇ ਮਾਂ ਦੀ, ਸਰਦਾਰ ਹਰਜੀਤ ਸਿੰਘ, ਸਰਦਾਰ ਪਰਮਜੀਤ ਸਿੰਘ, ਸਾਡੀਆਂ ਭੈਣਾਂ ਜਸਵਿੰਦਰ ਕੌਰ, ਪਰਮਜੀਤ ਕੌਰ ਤੇ ਗੁਰਵਿੰਦਰ ਕੌਰ, ਇਹਨਾਂ ਦੀ ਅੱਜ ਮਾਤਾ ਚਲੀ ਗਈ। ਤੇ ਜੇ ਮਾਂ ਦੀ ਗੱਲ ਕਰੀਏ, ਬੜਾ ਕੁਝ ਕਿਹਾ ਗਿਆ ਇਤਿਹਾਸ 'ਚ, ਔਰ ਸਾਹਿਤ ਦੇ ਵਿੱਚ ਜੋ ਕੁਝ ਮਾਂ ਦੇ ਉੱਤੇ ਕਿਹਾ ਗਿਆ ਨਾ, ਉਹ ਪਿਤਾ ਤੇ ਉਹਨਾਂ ਨਹੀਂ ਕਿਹਾ ਗਿਆ, ਪਰ ਮਾਂ ਦੀਆਂ ਜਿਹੜੀਆਂ ਵਿਸ਼ੇਸ਼ਤਾਈਆਂ ਗੱਲਾਂ, ਜਿਹੜੀਆਂ ਉਹਦੇ ਮੈਰਿਟਸ ਹੈਗੇ ਮਾਂ ਦੇ, ਉਹਨਾਂ ਦੇ ਬਾਰੇ ਮੈਂ ਗੱਲ ਕਰ ਲੱਗਾ। ਪੰਜਾਬੀ ਦਾ ਪ੍ਰੋਫੈਸਰ ਮੋਹਨ ਸਿੰਘ ਇੱਕ ਰਾਈਟਰ ਹੋਏ ਆ ਸਾਡੇ, ਉਹ ਕੀ ਕਹਿੰਦੇ ਆ ਮਾਂ ਦੇ ਬਾਰੇ, ਕਿ ਇੱਕ ਮਾਂ ਉਹ ਐਸੀ ਆ ਜਿਹੜੀ ਕਿ ਜੇ ਬੱਚਿਆਂ ਨੂੰ ਕੁਝ ਤਕਲੀਫ ਹੋਵੇ ਤੇ ਉਹਦਾ ਦਿਲ ਬਲੂੰਦਰਿਆ ਜਾਂਦਾ। ਮਾਂ ਵਰਗਾ ਕਣਛਾਵਾਂ ਬੂਟਾ ਕਿਧਰੇ ਨਜ਼ਰ ਨਾ ਆਏ, ਮਾਂ ਕੋਲੋਂ ਲੈ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਸੁੱਕ ਜਾਂਦੇ ਐ, ਪਰ ਇਹ ਉਹ ਬੂਟਾ ਜੋ ਫੁੱਲ ਸੁੱਕਿਆਂ ਮੁਰਝਾਏ। ਬੱਚਿਆਂ ਨੂੰ ਤਕਲੀਫ ਹੋਵੇ ਤੇ ਮਾਂ ਜਿਹੜੀ ਹੈ ਉਹ ਦਰਦ ਵਿੱਚ ਆਉਂਦੀ ਹੈ। ਤੇ ਜੇ ਗੱਲ ਕਰੀਏ, ਇੱਕ ਉਰਦੂ ਦਾ ਸ਼ਾਇਰ ਹੋਇਆ ਮੁਨੱਵਰ, ਮਾਂ ਦੇ ਬਾਰੇ ਬਹੁਤ ਕੁਝ ਕਹਿੰਦਾ। ਉਹ ਤਾਂ ਮਾਂ ਦੀਆਂ ਇੰਨੀਆਂ ਵਿਸ਼ੇਸ਼ਤਾਈਆਂ ਦੱਸਦਾ ਕਿ ਜੇ ਉਹਦੇ ਬਾਰੇ ਸੋਚਿਆ ਜਾਵੇ ਮਾਂ ਦੇ ਬਾਰੇ, ਉਹ ਇੱਕੋ ਗੱਲ ਕਹਿੰਦਾ ਮਾਂ ਨਾ ਹੋਗੀ तो वफा कौन करेगा, माँ ना होगी तो वफा कौन करेगा, प्यार का हक अदा कौन करेगा, रब सलामत रखना हर एक माँ को, वरना हमारे लिए दुआ कौन करेगा। फिर जे माँ के बारे होर गल्लां उन्होंने जिहड़ियां प्यार के बारे गल्लां कहियां, वो कहते हैं माँ ने सर पर हाथ रखा आराम मिला बीमारी में। माँ सिर पे हाथ रख दे बच्चे बुखार उतर जाता। माँ ने सर पर हाथ रखा आराम मिला बीमारी में, एक फरिश्ता भी रहता है घर की चार दीवारी में। फिर एक होर शेर दे विच कहंदे आ हमारे जिदा से हुण बजुर्ग हो गए, जिदा मैं भी आफ्टर 60 बंदा दवाइयां जरूर खाता, ब्लड प्रैशर, हार्ट ट्रबल, किडनी की, शुगर की, कोई ना कोई सारे दवाइयां खानियां पैंदियां। ਉਹਦੇ ਬਾਰੇ ਗੱਲ ਕਰਦਾ ਕਿ ਮਾਂ ਦਾ ਇਹਦੇ ਵਿੱਚ ਕੀ ਸਾਡੇ ਯੋਗਦਾਨ ਹੈ। ਕਹਿੰਦਾ
हमारे कुछ गुनाहों की सजा भी साथ चलती है, हमारे कुछ गुनाहों की सजा भी साथ चलती है। हम अकेले नहीं निकलते, दवा भी साथ चलती है। हम अब अकेले नहीं निकलते, दवा भी साथ चलती है। अभी जिंदा है माँ मेरी, मुझे कुछ हो नहीं सकता। अभी जिंदा है माँ मेरी, मुझे कुछ हो नहीं सकता। मैं घर से जब निकलता हूँ दुआ भी साथ चलती है। मैं जब घर से निकलता हूँ दुआ भी साथ चलती है। तो मैं एक पाकिस्तानी गीत है माँ ते उहदियां गल्लां ਉਹਦੇ गुण वो मैं तुहाडे नाल अज माता मिंदर कौर जी ਨੂੰ ਆਪਣੇ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਸ਼ਰਧਾ ਤੇ ਸਮਰਪਿਤ ਕਰ ਰਿਹਾ। ਇਸ ਗੀਤ ਦੇ ਵਿੱਚ ਉਹ ਗੀਤ ਜਿਹੜਾ ਉਹ ਸਿਰਫ ਤੇ ਸਿਰਫ ਮਾਂ ਨੂੰ ਸੰਬੋਧਨ ਕਰਕੇ ਕਿਹਾ ਗਿਆ। ਉਹ ਕੀ ਹੈ? ਐਡੀਆਂ ਗੂੜੀਆਂ ਜੱਗ ਤੇ ਛਾਵਾਂ ਲੱਭਦੀਆਂ ਨਹੀਂ, ਐਡੀਆਂ ਗੂੜੀਆਂ ਜੱਗ ਤੇ ਛਾਵਾਂ ਲੱਭਦੀਆਂ ਨਹੀਂ। ਟੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਪੁੱਤਰ ਭਾਵੇਂ ਲੱਖ ਜਹਾਨ ਤੋਂ ਮੰਦੇ ਨੇ, ਪੁੱਤਰ ਭਾਵੇਂ ਲੱਖ ਜਹਾਨ ਤੋਂ ਮੰਦੇ ਨੇ। ਮਾਵਾਂ ਆਖਣ ਸਾਰੇ ਜਗ ਤੋਂ ਚੰਗੇ ਨੇ। ਮੁਫਤ ਚ ਐਡੀਆਂ ਨੇਕ ਸਲਾਹਾਂ ਲੱਭਦੀਆਂ ਨਹੀਂ। ਟੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਮੰਦਾ ਮੂੰਹ ਚੋਂ ਬੋਲ ਜੇ ਨਿਕਲੇ ਟੋਕਦੀਆਂ, ਮੰਦਾ ਮੂੰਹ ਚੋਂ ਬੋਲ ਜੇ ਨਿਕਲੇ ਟੋਕਦੀਆਂ। ਚੰਗੀ ਮਾੜੀ ਥਾਂ ਤੇ ਜਾਣੋ ਰੋਕਦੀਆਂ। ਹੋਰ ਕਿਸੇ ਤੋਂ ਇੰਜ ਵਫਾਵਾਂ ਲੱਭਦੀਆਂ ਨਹੀਂ। ਟੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਸਾਡੀਆਂ ਬੇਟੀਆਂ ਨੂੰ ਤੇ ਮੇਰੇ ਦੋਨੇ ਭਰਾਵਾਂ ਨੂੰ ਅੱਜ ਤੋਂ ਬਾਅਦ ਨਾ ਪਰਦਾ ਵੀ ਹਿਲਿਆ ਨਾ ਤੇ ਇਹਨਾਂ ਨੂੰ ਇਦਾਂ ਦਾ ਭੁਲੇਖਾ ਪੈਣਾ ਕਿ ਮਾਂ ਸ਼ਾਇਦ ਅੰਦਰ ਆ ਗਈ ਆ, ਉਹਨੇ ਸਾਨੂੰ ਆਵਾਜ਼ ਮਾਰੀ ਆ। ਪਰਦਾ ਵੀ ਹਿਲਿਆ, ਦਰਵਾਜ਼ਾ ਵੀ ਖੁੱਲਿਆ, ਇਹਨਾਂ ਨੂੰ ਇਦਾਂ ਭਾਸਣਾ ਥੋੜੇ ਦਿਨ। ਉਹਦੇ ਬਾਰੇ ਕਵੀ ਕਹਿੰਦਾ, ਮਾਂ ਦੇ ਵਾਂਗੂ ਕਿੰਨੇ ਦਰਦ ਵੰਡਾਉਣਾ ਏ, ਮਾਂ ਦੇ ਵਾਂਗੂ ਕਿੰਨੇ ਦਰਦ ਵੰਡਾਉਣਾ ਏ। ਐਵੇਂ ਬੂਆ ਖੜਕਿਆ ਕਿੰਨੇ ਆਉਣਾ, ਐਵੇਂ ਰੌਲੇ ਪਾ ਲੈ ਕਾਵਾਂ ਲੱਭਦੀਆਂ ਨਹੀਂ। ਟੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਸਹੁਰੇ ਘਰ ਵਿੱਚ ਧੀ ਨੂੰ ਜੇ ਕੋਈ ਦੁੱਖ ਹੋਵੇ, ਸਹੁਰੇ ਘਰ ਵਿੱਚ ਧੀ ਨੂੰ ਜੇ ਕੋਈ ਦੁੱਖ ਹੋਵੇ। ਰੱਬ ਦੇ ਘਰ ਵੱਲ ਮਾਂ ਦਾ ਹਰ ਵੇਲੇ ਮੁਖ ਹੋਵੇ। ਹੋਰ ਕਿਸੇ ਤੋਂ ਇੰਜ ਅਰਦਾਸਾਂ ਲੱਭਦੀਆਂ ਨਹੀਂ। ਟੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਗੱਲ ਕੀ ਆਖਾਂ ਦੋਸਤਾ ਤੈਨੂੰ ਕਰ ਜਾਵੀਂ, ਗੱਲ ਕੀ ਆਖਾਂ ਦੋਸਤਾ ਤੈਨੂੰ ਕਰ ਜਾਵੀਂ। ਮਾਂ ਦੇ ਮਰਨ ਤੋਂ ਪਹਿਲਾਂ ਪਹਿਲਾਂ ਮਰ ਜਾਵੀਂ। ਨਹੀਂ ਤੇ ਜੱਗ ਉੱਤੇ ਫਿਰ ਮਰਨ ਨੂੰ ਥਾਵਾਂ ਲੱਭਦੀਆਂ ਨਹੀਂ। ਟੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਐਡੀਆਂ ਗੂੜੀਆਂ ਜੱਗ ਤੇ ਛਾਵਾਂ ਲੱਭਦੀਆਂ ਨਹੀਂ। ਟੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਟੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਇਹ ਐਸਾ ਗੀਤ ਹੈ, ਅੱਖਾਂ ਤਾਂ ਜ਼ਰੂਰ ਨਮ ਕਰਦਾ ਪਰ ਮਨ ਨੂੰ ਵੀ ਜਿਹੜਾ ਇਹ ਸ਼ੁੱਧ ਕਰਦਾ ਮਾਂ ਦੇ ਪ੍ਰਤੀ ਕਿ ਸਾਡੀ ਮਾਂ ਨੇ ਸਾਡੇ ਲਈ ਕੀ ਕੀਤਾ। ਮਾਂ ਦੇ ਪਿਓ 'ਚ ਕੀ ਫਰਕ ਹੈ ਮੈਂ ਉਹ ਵੀ ਥੋੜਾ ਜਿਹਾ ਦੱਸ ਦੇਣਾ ਚਾਹੁੰਦਾ। ਕਦੀ ਕਿਤੇ ਮੇਲੇ ਲੈ ਕੇ ਗਿਆ ਹੋਵੇ ਪਿਓ ਤੁਹਾਨੂੰ ਕਿਸੇ ਨੂੰ, ਤੇ ਉਹਦੀ ਹਾਲਤ ਤੇ ਮਾਂ ਘਰ ਵਿੱਚ, ਮਾਂ ਨੇ ਜਦੋਂ ਬੱਚੇ ਨੂੰ ਚੁੱਕਣਾ ਗਧੇੜੇ ਚੁੱਕਣਾ ਇੱਥੇ ਆਪਣੇ ਲੱਕ ਤੇ, ਤੇ ਪਿਓ ਨੇ ਜਦੋਂ ਵੀ ਚੁੱਕਣਾ ਆਪਣੇ ਮੋਢਿਆਂ ਤੇ। ਜੇ ਕਿਤੇ ਮੇਲੇ 'ਚ ਵੀ ਗਿਆ ਪਿਓ ਨੂੰ ਪੁੱਤਰ ਪੁੱਛਦਾ
ਚੁੱਕਦਾ ਵੀ ਮੈਨੂੰ ਮਾਂ ਜਿਹੜੀ ਆ ਉਹ ਹਮੇਸ਼ਾ ਲੱਕ ਤੇ ਚੁੱਕਦੀ ਆ ਤੇ ਤੂੰ ਬਾਪੂ ਮੈਨੂੰ ਆਪਣੇ ਮੋਢਿਆਂ ਤੇ ਚੁੱਕਦਾ, ਕੀ ਫਰਕ ਹੈ, ਕਿਉਂ ਇਦਾਂ ਹੁੰਦਾ? ਉਹ ਕਹਿੰਦਾ ਲਿਓ ਪਿਓ, ਕਹਿੰਦਾ ਜਿਹੜੀ ਮਾਂ ਆ ਨਾ ਉਹ ਤੈਨੂੰ ਆਪਣੀਆਂ ਅੱਖਾਂ ਦੇ ਬਰਾਬਰ ਸਭ ਕੁਝ ਦੁਨੀਆ ਦਾ ਦਿਖਾਉਣਾ ਚਾਹੁੰਦੀ ਵੀ ਕਾਕਾ ਸਭ ਕੁਝ ਦੇਖ ਲਾ, ਤੇ ਪਿਓ ਜਿਹੜਾ ਆ ਉਹ ਮੋਢਿਆਂ ਤੇ ਤਾਂ ਬਿਠਾਉਂਦਾ, ਉਹ ਕਹਿੰਦਾ ਮੇਰੇ ਤੋਂ ਵੀ ਉੱਪਰ ਤੂੰ ਇਸ ਦੁਨੀਆ ਨੂੰ, ਇਸ ਸੰਸਾਰ ਨੂੰ ਦੇਖ, ਤੇਰੇ ਲਈ ਕੀ ਭਲਾ ਤੇ ਕੀ ਮਾੜਾ। ਪਿਓ ਤੇ ਮਾਂ ਦੇ ਵਿੱਚ ਸਿਰਫ ਇੰਨਾ ਫਰਕ ਹੈ। ਪਿਓ ਜਿਹੜਾ ਸਭ ਕੁਝ ਆਪਣੇ ਮਾਤਾ ਪਿਤਾ ਬੱਚਿਆਂ ਦੇ ਲਈ ਕਰਦਾ, ਮਾਤਾ ਪਿਤਾ ਦੋਨੇ ਕਰਦੇ ਆ, ਪਰ ਪਿਓ ਦੱਸਿਆ ਬਿਨਾ ਕਰਦਾ। ਮਾਂ ਦਾ ਅਸੀਂ ਮੱਥਾ ਚੁੰਮਦੇ ਆ, ਮਾਂ ਸਾਨੂੰ ਦਿਲਪੱਕੜੀ 'ਚ ਲੈ ਕੇ ਕਹਿ ਦਿੰਦੀ ਹੈ ਬੇਟੇ ਆਈ ਲਵ ਯੂ, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਪਿਓ ਭਾਵੇਂ ਕਹਿੰਦਾ ਨਹੀਂ, ਤੇ ਜਿਸ ਸ਼ਖਸ ਨੇ ਆਪਣੇ ਪਿਤਾ ਦੇ ਗੁੱਸੇ ਵਿੱਚ ਵੀ ਉਹਦਾ ਪਿਆਰ ਭਾਲ ਲਿਆ ਨਾ, ਉਹਦਾ ਵੀ ਜੀਵਨ ਸਫਲ ਹੁੰਦਾ। ਮੈਂ ਇੱਕ ਵਾਰੀ ਫਿਰ ਦੁਬਾਰਾ ਤੁਹਾਡੇ ਸਾਰਿਆਂ ਦੇ ਨਾਲ ਰਲ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹ ਅਰਦਾਸ ਕਰਨੀ ਚਾਹੁੰਦਾ, ਦਿਲੋਂ ਕਰੀਏ ਸੀ ਇਹ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਉਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ, ਪਿੱਛੇ ਪਰਿਵਾਰ ਸਾਕ ਸੰਬੰਧੀ ਰਿਸ਼ਤੇਦਾਰਾਂ ਨੂੰ ਇੱਕ ਭਾਣਾ ਮੰਨਣ ਦਾ ਬਲ ਬਖਸ਼ੀ। ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਸਾਡੇ ਇੱਥੇ ਰਿਸ਼ਤੇ ਕੀ ਆ, ਮਾਂ ਪਿਓ ਭੈਣ ਭਰਾ। ਅੱਜ ਇਹਨਾਂ ਦੇ ਮਾਤਾ ਜੀ ਚਲੇ ਗਏ, ਕੁਛ ਚਿਰ ਪਹਿਲਾਂ ਇਹਨਾਂ ਦੇ ਪਿਤਾ ਜੀ ਗਏ। ਇਹਨਾਂ ਦੇ ਜਿਹੜੇ ਪਿਤਾ ਜੀ ਉਹ ਕਿਸੇ ਦੇ ਭਰਾ ਵੀ ਸੀ। ਇਹ ਮਾਤਾ ਜੀ ਮਾਤਾ ਮਹਿੰਦਰ ਕੌਰ, ਇਹ ਕਿਸੇ ਦੀ ਭੈਣ ਵੀ ਹੈ, ਮਾਂ ਵੀ ਹੈ, ਧੀ ਵੀ ਹੈ। ਉਹਨਾਂ ਸਾਰੇ ਰਿਸ਼ਤਿਆਂ ਦੀ ਜਿਹੜੀ ਬੁਣ ਦੇੜ ਆ ਉਹਦੇ ਬਾਰੇ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਦਾ। ਉਹ ਕਹਿੰਦਾ ਕਿ ਮਾਂ ਮਰੇ ਤਾਂ ਪੇਕੇ ਮੁੱਕਦੇ ਨੇ, ਮਾਂ ਮਰੇ ਤਾਂ ਪੇਕੇ ਮੁੱਕਦੇ ਨੇ, ਪਿਓ ਮਰੇ ਕਰ ਬਿਲਾ, ਸ਼ਾਲਾ ਮਰਨ ਨਾ ਵੀਰ ਕਿਸੇ ਦੇ, ਉਜੜ ਜਾਂਦਾ ਜੇ ਮੇਲਾ। ਪੁੱਤਰ ਜਿਨ੍ਹਾਂ ਦੇ ਟੁਰ ਜਾਂਦੇ ਨੇ ਤੇ ਕਦ ਰੋਂਦੇ ਉਹ ਥੋੜਾ, ਸਭ ਰੋਗਾਂ ਤੋਂ ਰੋਗ ਜੇ ਡਾਢਾ, ਜਿਸ ਦਾ ਨਾਮ ਵਿਛੋੜਾ। ਪਿਓ ਮਰੇ ਸਿਰ ਨੰਗਾ ਹੋਵੇ, ਵੀਰ ਮਰਨ ਤਨ ਖਾਲੀ, ਮਾਵਾਂ ਬਾਜ ਮੁਹੰਮਦ ਬਖਸ਼ਾ, ਕੌਣ ਕਰੇ ਰਖਵਾਲੀ। ਭਾਈ ਭਾਈਆਂ ਦੇ ਦਰਦੀ ਹੁੰਦੇ ਤੇ ਭਾਈ ਭਾਈਆਂ ਦੀਆਂ ਬਾਹਾਂ, ਬਾਪ ਸਿਰਾਂ ਦੇ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛਾਵਾਂ, ਤੇ ਮਾਵਾਂ ਠੰਡੀਆਂ ਛਾਵਾਂ। ਮੈਂ ਤੁਹਾਡੇ ਸਾਰਿਆਂ ਨਾਲ ਮਿਲ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਉਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਤੇ ਨਿਵਾਸ ਬਖਸ਼, ਪਿੱਛੇ ਪਰਿਵਾਰ ਸਾਕ ਸੰਬੰਧੀ ਰਿਸ਼ਤੇਦਾਰਾਂ ਦਾ ਇਹ ਭਾਣਾ ਮੰਨਣ ਦਾ ਬਲ ਬਖਸ਼। ਮੈਂ ਬੇਨਤੀ ਕਰਾਂਗਾ, ਇੱਥੇ ਬੈਠੇ ਨੇ ਸਰਦਾਰ ਕੈਪਟਨ ਸਾਹਿਬ ਤਰਸੇਮ ਸਿੰਘ ਜੀ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਉਣ ਤੇ ਉਹ ਵੀ ਆਪਣੇ ਸ਼ਰਧਾ ਦੇ ਸੁਮਨ ਭੇਟ ਕਰਨ। ਸਰਦਾਰ ਤਰਸੇਮ ਸਿੰਘ ਜੀ ਕੈਪਟਨ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਰਨ ਖਾਏ ਮੰਡਲ में ਆਇਆ। ਇਸ ਸੰਸਾਰ ਉੱਤੇ ਜੀਵ ਜਦੋਂ ਆਉਂਦਾ ਹੈ ਉਸ ਦਾ ਮਰਨਾ ਜੋ ਹੈ ਸਤਿਗੁਰ ਪਹਿਲੇ ਹੀ ਲਿਖ ਕੇ ਭੇਜ ਦਿੰਦੇ ਹਨ। ਸਮੇਂ ਸਥਾਨ ਔਰ ਵਿਧੀ ਕਿਸ ਤਰ੍ਹਾਂ ਕਿੱਥੇ ਮਰਨਾ ਹੈ, ਸਾਰੀਆਂ ਚੀਜ਼ਾਂ ਜੋ ਹੈ ਸਤਿਗੁਰ ਪਹਿਲੇ ਹੀ ਲਿਖ ਕੇ ਭੇਜ ਦਿੰਦਾ ਹੈ। ਲੇਕਿਨ ਇਨਸਾਨ ਨੂੰ ਇਸ ਚੀਜ਼ ਦਾ ਪਤਾ ਨਹੀਂ ਹੁੰਦਾ ਔਰ बड़े ही दुखी हिरदे नाल कहना पैंदा है कि अपने बहुत ही सत्कारयोग जो है बीबी महेंद्र कौर जी कुछ दिन पहले जो है इस संसार की यात्रा को पूरा करते हुए ये सानू सदी भी विछोड़ा दे गए हैं। जान का दुख भी होंदा है, लेकिन जो है सतगुर के भाणे नूं सानू मिठा करके मनना पैंदा है। और इसलिए जो है परिवार ने मिल के पिछली रूह में जो है अपने गृह विखे खंड जाप कराए हैं। पंडाल में जो है संगतां ने सारे ने मिल के पिछली रूह में जो अज असीं सारे इकट्ठे हुए हाँ उसनूं श्रद्धा के फुल भेंट करने वास्ते। और साडे बुलारे ने पहले आप जी माता के बारे दस्सिया। माँ जो है इसनूं किस तरह दुनिया में उच्चा रतबा दिता है, बहुत अच्छे तरीके नाल सच्चे ढंग नाल उन्होंने आपके सामने भी प्रगट किया है। और ये माँ जो है माँ का रतबा संसार में सब तो बड़ा उच्चा रतबा है। अपने बच्चे को सर्दियों में जो है जो बच्चा पेशाब कर देता है ना आप गिद्धी जगह पर पैंती है और बच्चा जो है उसको सुखी जगह पर करती है। बहुत उच्चा रतबा संसार में माँ को दिता है।
ਬੁਲਾਰੇ ਨੇ ਦੱਸਿਆ ਬਹੁਤ ਅੱਛੇ ਤਰੀਕੇ ਨਾਲ ਜੋ ਆਪ ਨੂੰ ਇਸਨੇ ਮਾਤਾ ਦੇ ਬਾਰੇ ਸਮਝਾਇਆ ਇਹਨਾਂ ਨੇ। ਔਰ ਮਾਂ ਬੋੜ ਦੀ ਛਾਂ, ਮਾਵਾਂ ਠੰਡੀਆਂ ਛਾਵਾਂ, ਇਹ ਜੋ ਛਾਂ ਹੈ ਅੱਜ ਸਾਨੂੰ ਛੱਡ ਕੇ ਚਲੇ ਗਈ ਹੈ ਬੱਚਿਆਂ ਨੂੰ, ਇਹ ਦੁਬਾਰਾ ਜੋ ਛਾਂ ਮਿਲਣੀ ਹੈ ਬਹੁਤ ਔਖੀ ਹੈ। ਔਰ ਜੇ ਬੁਲਾਰੇ ਨੇ ਦੱਸਿਆ ਮਾਂ ਦੇ ਰੁਤਬੇ ਬਾਰੇ ਬਹੁਤ ਅੱਛੇ ਤਰੀਕੇ ਨਾਲ ਦੱਸਿਆ, ਬੜੀ ਅੱਛੇ ਤਰੀਕੇ ਨਾਲ ਦੱਸਿਆ, ਸਾਰੀਆਂ ਸੰਗਤਾਂ ਨੇ ਬੜੇ ਅੱਛੇ ਤਰੀਕੇ ਨਾਲ ਸਰਵਣ ਕੀਤਾ ਹੈ ਜੀ। ਮਾਤਾ ਜੀ ਨੇ ਔਰ ਸਰਦਾਰ ਹਰਦੇਵ ਸਿੰਘ ਜੀ ਜੋ ਇਹਨਾਂ ਦੇ ਪਿਤਾ ਜੀ ਸਨ, ਇਹ ਦੋਨਾਂ ਨੇ ਮਿਲ ਕੇ ਆਪ ਜੀ ਨੂੰ ਪਤਾ ਹੈ ਬੱਚਿਆਂ ਦੀ ਕਿਸ ਤਰ੍ਹਾਂ ਪੋਲਣਾ ਪਾਛਣ ਆਪਣਾ ਉਹਨਾਂ ਦੀ ਆਪਣਾ ਪਾਲਣਾ ਕੀਤੀ ਹੈ। ਬਹੁਤ ਅੱਛੇ ਢੰਗ ਨਾਲ ਜੋ ਹੈ ਮਾਤਾ ਜੀ ਦੇਖਿਆ ਹੈ। ਬੀਬੀ ਮਹਿੰਦਰ ਕੌਰ ਜੀ, ਸਰਦਾਰ ਹਰਦੇਵ ਸਿੰਘ ਜੀ ਨੇ ਬੜੇ ਸਾਫ ਸੁਥਰੇ ਬੱਚਿਆਂ ਨੂੰ ਰੱਖਿਆ, ਅੱਛੀ ਪੜ੍ਹਾਈ ਦਿੱਤੀ ਔਰ ਬਹੁਤ ਹੀ ਅੱਛੇ ਤਰੀਕੇ ਨਾਲ ਉਹਨਾਂ ਨੂੰ ਜੋ ਹੈ ਹਰ ਸਿੱਖਿਆ ਦਿੱਤੀ ਹੈ। ਇਸੇ ਲਈ ਹੀ ਸਤਿਗੁਰ ਨੇ ਕਿਰਪਾ ਕੀਤੀ ਹੈ। ਇਹ ਉਹਨਾਂ ਦੀ ਬਦੌਲਤ ਜੋ ਹੈ ਅੱਜ ਜੋ ਬੱਚੇ ਜੋ ਹਨ ਸਤਿਗੁਰਾਂ ਨੇ ਸਾਰੇ ਪਰਿਵਾਰ ਉੱਤੇ ਕਿਰਪਾ ਕੀਤੀ ਹੈ। ਇਸ ਅਹੁਦੇ ਉੱਤੇ ਬੜੇ ਬੱਚੇ ਅਹੁਦੇ 'ਤੇ ਬੈਠੇ ਹਨ, ਸਾਰੇ ਬੱਚਿਆਂ ਨੇ ਜੋ ਲੜਕੀਆਂ ਵੀ ਔਰ ਲੜਕੇ ਵੀ ਜੋ ਹੈ ਬਹੁਤ ਹੀ ਤਰੱਕੀਆਂ ਵਿੱਚ ਹਨ। ਇਹ ਸਾਰੀ ਦੇਣ ਜੋ ਹੈ ਮਾਤਾ ਪਿਤਾ ਦੀ ਦੇਣ ਹੈ ਔਰ ਦੋਨੋਂ ਹੀ ਮਾਤਾ ਪਿਤਾ ਨੇ ਜੋ ਹੈ ਬੱਚਿਆਂ ਦੀ ਜੋ ਪਾਲਣਾ ਕੀਤੀ ਹੈ ਦਾਸ ਨੂੰ ਪਤਾ ਹੈ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਦੀ ਸਾਫ ਸਫਾਈ, ਉਹਨਾਂ ਦੀ ਪੜ੍ਹਾਈ, ਹਰ ਚੀਜ਼ ਦਾ ਖਿਆਲ ਦਿੰਦੇ ਸਨ। ਔਰ ਦਾਸ ਜੋ ਹੈ ज़्यादा समान ना देते हुए जो है पहले बुलारे ने आप जी बहुत अच्छे तरीके नाल जो है आप जी नाल जो है ये माता के बारे रुत के बारे दसिया है। और दास ज़्यादा समान ना देते हुए इतने कि बंदा जाचा अंत में जो है सतगुर अगे असी यही अरदासा बेनतियां अरजोइयां करनियां कि सतगुर जो है विछड़ी रूह को अपने चरणों नाल जोड़ के रखे, पिछों परिवार को भाणा मनन का बल बख्शे। और जो फलवाड़ी छड़ के गई है माता जी, फलवाड़ी हमेशा ही चढ़दियां कलां विच रहे। यही अरदासा बेनतियां सतगुर अगे करनियां हैं। इत्थे ही समाप्ति करते हैं। अंत में फतेह दी सांझ फिर दोबारा पाइए। वाहिगुरू जी का खालसा वाहिगुरू जी की फतेह। एक गल करनी चाहना, दुख सुख दर कपड़े पहले लाए ने ਉਹਦਾ एक शायर ने गल जी कही है ना, मैं अज तुहानूं कहनी चाहना। वो कहता कभी सुख कभी दुख यही जिंदगी है, ये पतझड़ का मौसम घड़ी दो घड़ी है, ये पतझड़ का मौसम घड़ी दो घड़ी है, नए फूल कल फिर डगर में खिलेंगे, उजाले भरे दिन कभी तो ढलेंगे, कभी सुख कभी दुख यही जिंदगी है। उन्हें बेनती करांगा साढ़े कोल जम्मू तो आए हुए अजय खजूरिया जी, उन्होंने बेनती करांगा कि 2 मिनट के लिए वो भी अपनी हाजरी लौन श्रद्धा का समर्थ भेंट कर माता जी को। अजय खजूरिया माता जी का बड़ा स्नेह, बड़ा प्यार, बहुत सम्मान मिलिया। उनकी लगन, उनकी डेडिकेशन, उनकी शक्ति के नाल अज परमजीत जी और पूरा परिवार जोड़ा फलदा फुलदा इस पोजीशन और स्टेटस से पुजा, उनका बड़ा योगदान है। मैं उन्हें बड़ा करीबी 35 साल उनकी शतर शायर में कट्टे, उनका प्रेम पाया। पिछले दिन मैनू पता चलिया तो बीमार हाल ही 5-6 दिन की गल, 10 दिन ज़्यादा डेथ होने के पहले मैं 1-2 दिन पहले आया, स्पैशली आया। गए असी मिले, माता जी का आशीर्वाद दिया, बिल्कुल ठीक सी, कोई ऐसी प्रॉब्लम नहीं सी। जिस तरह जम्मू में वापस गया तो तब फोन आया इसका डेथ हुई। तो इट वॉज पर्सनली एक्चुअली मेरे तक बड़ा एक पर्सनल लॉस सी, क्योंकि इंदे और परमजीत और मेरे कोई ज़्यादा डिफरेंस नहीं सी। और मैं बड़ा अज इस दे मौके दे विच मैं थोड़ा मैं लेट पुजा, लेकिन मेरी तरफा मैं पूरे परिवार की, परमजीत जी की और पूरे परिवार की संतावना देना चाहना कि अपना पूरा थोड़ा शक्ति भगवान इन्हें दान करे। और इस घड़ी दे विच और जिहड़ा है इन्हीं लास होया इस चीज़ का, इसको बड़ा लास कोई नहीं है, इसको बड़ा नुकसान कोई नहीं है जिंदगी, क्योंकि उनकी प्रेरणा, उनकी शक्ति, उनकी डेडिकेशन अज जितों आए पुजे बेसिकली मेरे स्टूडेंट भी रहे।
बिल्कुल पढ़े जम्मू मेरे स्टूडेंट रहे, मैं इन्हें बड़ा करीबी बड़े छोटे सिस्टम को पढ़ाया उपर देखा ही नहीं, हर लिहाज के बच्चे नहीं देखा। और जिस हिसाब की इन्हें प्रोग्रेस की उस हिसाब कन्नै माता जी का बहुत योगदान हाँ। और असी आना घर भी आना बहुत प्यार करते सी, बड़ा एक रिलेशन सा। लेकिन वो जो नुकसान ही नहीं होया, वो नुकसान तो कोई पूरा नहीं कर सकता, ना उसकी कोई रिप्लेसमेंट है। लेकिन मैं भगवान नाल ये प्रार्थना करना कि उन्हें भगवान अपने चरने स्थान दिया और उनका सदैव आशीर्वाद जोड़ा है इंदे पर और पूरे परिवार को रहा है और साढ़े पर भी उनका आशीर्वाद रहा है। और ये आखिए मैं अपने सारे को बेदा रहना। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਮੇਰੇ ਮਾਣ ਤੇ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਹਾ ਚਿਰ ਲਿਖਿਆ ਤਿਹਾ ਹੁਕਮ ਕਮਾਏ, ਭੱਲੇ ਆਵੇ ਨਾਨਕਾ ਸੱਦੀ ਉੱਠੀ ਜਾਏ ਦੇ ਮਹਾਂਵਾਕਾਂ ਅਨੁਸਾਰ। ਸਾਡੇ ਮਾਤਾ ਮਹਿੰਦਰ ਕੌਰ ਜੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ 'ਚ ਜਾਣ ਲੱਗੇ। ਜੇ ਮਾਤਾ ਜੀ ਦੀ ਗੱਲ ਕਰੀਏ, ਮੇਰੇ ਵੀਰ ਸਰਦਾਰ ਪਰਮਜੀਤ ਸਿੰਘ, ਮੇਰੇ ਛੋਟੇ ਵੀਰ ਸਰਦਾਰ ਹਰਜੀਤ ਸਿੰਘ ਜੀ, ਜਿਨ੍ਹਾਂ ਨੇ ਉੱਚੀ ਵਿੱਦਿਆ ਪ੍ਰਾਪਤ ਕਰਕੇ ਸਾਡੇ ਇਲਾਕੇ ਦੇ ਵਿੱਚ ਜੋ ਸਿੱਖਿਆ ਦਾ ਮਿਆਰ ਹੈ, ਜਿਹੜੇ ਬੱਚੇ ਹੈ ਉਹਨਾਂ ਨੂੰ ਪੜ੍ਹਾਈ ਦੇ ਯੋਗ ਬਣਾਇਆ, ਇਹ ਸਾਰਾ ਮਾਤਾ ਜੀ ਦੀ ਜਿਹੜੀ ਮਿਹਨਤ ਹੈ ਉਹਨਾਂ ਦਾ ਫਲ। ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ, ਜਿਹੜੀ ਹਰੀ ਭਰੀ ਪਰਵਾੜੀ ਮਾਤਾ ਜੀ ਛੱਡ ਕੇ ਗਏ ਆ, ਇਹ ਇੱਦਾਂ ਹੀ ਮਹਿਕਦੀ ਰਹੇ। ਜਿਹੜੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣੇ ਸੀਸੜੀਆਂ, ਜੋ ਹੋਵੇ ਸਾਹਿਬ ਸੋ ਮੇਲ, ਜੋ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੋਗਮਈ ਸਮੇਂ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਦੀ ਗੁਰੂ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਆਪਣੇ ਬਹੁਤ ਸਤਿਕਾਰਯੋਗ ਮਾਤਾ ਜੀ ਮਾਤਾ ਮਹਿੰਦਰ ਕੌਰ ਜੀ ਦੇ ਅੰਤਮ ਅਰਦਾਸ ਜੁੜ ਬੈਠੇ ਹਾਂ। ਉਸ ਪਰਮੇਸ਼ਵਰ ਵੱਲੋਂ, ਉਸ ਅਕਾਲ ਪੁਰਖ ਵੱਲੋਂ ਜਿੰਨੀ ਉਮਰ ਦੇ ਕੇ ਸਾਡੇ 'ਚ ਭੇਜਿਆ, ਉਸ ਨੂੰ ਭੋਗਦੇ ਹੋਇਆ ਸਾਡੇ ਤੋਂ ਸਦਾ ਲਈ ਚਲੇ। ਜੋ ਆਇਆ ਸੋ ਚੱਲਸੀ, ਸਭ ਤੋਂ ਆਈ ਵਾਰੀ ਆ, ਜਿਉਣਾ ਝੂਠ ਮਰਨਾ ਸੱਚ। ਤੇ ਜਿਸ ਇਨਸਾਨ ਨੇ ਇਸ ਦੁਨੀਆ ਨੇ ਆਉਣਾ ਹੈ, ਇੱਕ ਨਾ ਇੱਕ ਦਿਨ ਜਾਣਾ ਹੈ, ਉਸੇ ਤਹਿਤ ਅੱਜ ਉਹ ਸਾਡੇ ਤੋਂ ਸਦਾ ਲਈ ਵਿਛੋੜਾ ਦੇ ਕੇ ਚਲੇ ਗਏ। ਬਾਕੀ ਮਾਂ ਦਾ ਤਾਂ ਮਾਂ ਤੇ ਇੱਕ ਅੱਖਰ ਇਹੋ ਜਿਹਾ, ਜੇ ਮਾਂ ਕਹੀਏ ਵੈਸੇ ਹੀ ਮੂੰਹ ਭਰ ਆਉਂਦਾ। ਤੇ ਮੈਂ ਸਮਝਦਾ ਏ ਸਾਡੇ ਵੀਰ ਸਰਦਾਰ ਪਰਮਜੀਤ ਸਿੰਘ ਜੀ, ਸਰਦਾਰ ਹਰਜੀਤ ਸਿੰਘ ਜੀ ਅੱਜ ਉਹ ਜਿਹੜਾ ਮਹਿਸੂਸ ਕਰ ਰਹੇ ਹੋਣਗੇ ਮਾਤਾ ਜੀ ਦੇ ਜਾਣ ਤੋਂ ਬਾਅਦ, ਉਸ ਗੱਲ ਦਾ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਸ ਮਾਤਾ ਜੀ ਦੀ ਕੀ ਸ਼ਖਸੀਅਤ, ਇਸ ਸ਼ਖਸੀਅਤ ਦੇ ਮਾਲਕ ਸਨ। ਕਿਉਂਕਿ ਮਾਤਾ ਪਿਤਾ ਦੀ ਜਿਹੜੀ ਸ਼ਖਸੀਅਤ ਹੈ ਸਹਿਜੇ ਬੱਚਿਆਂ 'ਚੋਂ ਝਲਕ ਜ਼ਰੂਰ ਪੈਂਦੀ ਹੈ। ਸਰਦਾਰ ਪਰਮਜੀਤ ਸਿੰਘ ਜੀ ਨੇ ਜਿੱਥੇ ਐਜੂਕੇਸ਼ਨ ਦੇ ਖੇਤਰ 'ਚ ਮੱਲਾਂ ਮਾਰੀਆਂ, ਮੈਂ ਸਮਝਦਾ ਜਿੱਥੇ ਪਰਮੇਸ਼ਵਰ ਦੀ ਕਿਰਪਾ ਉੱਥੇ ਮਾਤਾ ਜੀ ਦਾ ਆਸ਼ੀਰਵਾਦ। ਸਾਡਾ ਵੀਰ ਹਰਜੀਤ ਸਿੰਘ, ਉਹਨਾਂ ਨੇ ਸਮਾਜਿਕ ਸੇਵਾ ਕਰਦਿਆਂ ਪਿੰਡ ਦੀ ਸਰਪੰਚੀ ਤੋਂ ਲੈ ਕੇ ਅੱਜ ਤੱਕ ਸਮਾਜ ਦੀ ਸੇਵਾ ਕਰਦਿਆਂ ਮੈਂ ਸਮਝਦਾ ਜਿਸ ਦਿਨ ਮੈਨੂੰ ਉਹਨਾਂ ਕੋਲ ਘਰੇ ਜਾ ਕੇ ਬੈਠਣ ਦਾ ਮੌਕਾ ਮਿਲਿਆ ਵੀ ਪਰਮੇਸ਼ਵਰ ਦੀ ਕਿਰਪਾ ਹੋਈ ਆ ਕਿ ਉਹ ਅੱਜ ਗੁਰੂ ਸਾਹਿਬ ਨਾਲ, ਗੁਰੂ ਸਾਹਿਬ ਦੇ ਚੱਲੇ ਹੋਏ ਆਖੇ ਦੇ ਚੱਲਦਿਆਂ ਇੱਕ ਵਧੀਆ ਜੀਵਨ ਦੇ ਵਿੱਚ ਪ੍ਰਵੇਸ਼ ਕੀਤੇ ਹੈ। ਵੀ ਪਰਮੇਸ਼ਵਰ ਦੀ ਕਿਰਪਾ, ਕਿਉਂਕਿ ਉਹਦੇ ਹੁਕਮ 'ਚ ਰਹਿ ਕੇ ਉਹਦੇ ਹੁਕਮ 'ਚ ਚੱਲਣਾ ਪੈਣਾ। ਤੇ ਉਹਦੀ ਅੱਜ ਮਾਤਾ ਜੀ ਦੇ ਆਸ਼ੀਰਵਾਦ ਅੱਜ ਇਸ ਪਰਿਵਾਰ ਨੇ, ਇਹਨਾਂ ਸਾਡੇ ਭਰਾਵਾਂ ਨੇ ਆਪਣਾ ਨਾਮ ਸਮਾਜ ਦੇ ਵਿੱਚ ਹਰ ਖੇਤਰ 'ਚ ਅੱਗੇ ਖੜਿਆ।
ਇਹ ਬਹੁਤ ਵੱਡੀ ਕਿਰਪਾ ਜਿੱਥੇ ਪਰਮੇਸ਼ਵਰ ਦੀ ਆ ਉੱਥੇ ਮਾਤਾ ਪਿਤਾ ਦਾ ਆਸ਼ੀਰਵਾਦ ਇਹਨਾਂ ਦੇ ਸਿਰ ਤੇ। ਕਿਉਂਕਿ ਅਸੀਂ ਕਿਸੇ ਵੀ ਖੇਤਰ 'ਚ ਹੋਈਏ, ਸਮਾਜਿਕ, ਰਾਜਨੀਤਿਕ, ਪਰਿਵਾਰਕ ਕਿਸੇ ਕੰਮ 'ਚ ਹੋ, ਜ਼ਿੰਦਗੀ 'ਚ ਚੱਲਦਿਆਂ ਇੱਕ ਨਾ ਇੱਕ ਸੰਗਤ ਤੇ ਸਾਨੂੰ ਸਭ ਨੂੰ ਜਾਣਾ ਪੈਣਾ। ਪਰ ਭੁੱਲੇ ਹੁੰਦੇ ਆ ਜ਼ਿੰਦਗੀ 'ਚ ਕਿ ਸਾਡੀ ਵੀ ਵਾਰੀ ਇੱਕ ਨਾ ਇੱਕ ਦਿਨ ਆਉਣੀ ਆ। ਅਸੀਂ ਸਮਾਜ ਜਿੰਨੇ ਵਿਅਸਤ ਹੋ ਜਾਂਦੇ ਆਪਣੇ ਆਪ ਨੂੰ ਇੰਨਾ ਕੁ ਬਿਜੀ ਕਰ ਲੈਂਦੇ ਹਾਂ, ਜਦੋਂ ਅਸੀਂ ਵੀ ਇੱਥੋਂ ਚਲੇ ਬਾਹਰ ਹੋਣਾ, ਅੰਤਮ ਅਰਦਾਸ ਜਾਂ ਅੰਤਮ ਸੰਸਕਾਰ ਦੇ ਟਾਈਮ ਕਿਤੇ ਬੈਠ ਜਾਈਏ ਜਾਂ ਚਲੇ ਜਾਈਏ, ਉਦੋਂ ਥੋੜਾ ਸਮਾਂ ਮੌਤ ਨੂੰ ਯਾਦ ਕਰਦੇ ਹਾਂ। ਤੇ ਜਦੋਂ ਇੱਥੋਂ ਅਸੀਂ ਦੁਨੀਆ ਦੇ ਆਪੋ ਆਪਣੇ ਕੰਮਾਂ 'ਚ ਰੁਝੇਵਿਆਂ 'ਚ ਬਾਹਰ ਜਾ ਕੇ ਬਿਜੀ ਹੋਣਾ, ਅਸੀਂ ਸਭ ਨੇ ਭੁੱਲ ਜਾਣਾ ਵੀ ਸਾਨੂੰ ਵੀ ਇੱਕ ਨਾ ਇੱਕ ਦਿਨ ਮੌਤ ਆਉਣੀ ਹੈ। ਤੇ ਜਿਹੜੇ ਇਨਸਾਨ ਮੌਤ ਨੂੰ ਯਾਦ ਕਰਦੇ ਆ ਜਾਂ ਯਾਦ ਰੱਖਦੇ ਆ, ਉਹ ਹਰ ਟਾਈਮ ਆਪਣੇ ਮਨ 'ਚ ਰੱਬ ਦਾ ਭੈ ਵੀ ਰੱਖਦੇ ਆ। ਉਸ ਪਰਮੇਸ਼ਵਰ ਦੀ ਰਜ਼ਾ 'ਚ ਰਹਿ ਕੇ ਚੱਲਦੇ ਆ, ਜਿਨ੍ਹਾਂ ਨੂੰ ਇਹ ਪਤਾ ਹੁੰਦਾ ਕਿ ਅਸੀਂ ਵੀ ਇੱਕ ਨਾ ਇੱਕ ਦਿਨ ਇਸ ਦੁਨੀਆ ਤੋਂ ਜਾਣਾ। ਤੇ ਜਿਹੜੇ ਲੋਕ, ਜਿਹੜੇ ਪਰਿਵਾਰ ਪਰਮੇਸ਼ਵਰ ਦੇ ਭੈ 'ਚ ਰਹਿੰਦੇ ਆ, ਉਸ ਰੱਬ ਕੋਲ ਡਰ ਕੇ ਉਹਦੇ ਦਿੱਤੇ ਹੋਏ ਦੱਸੇ ਹੋਏ ਮਾਰਗ ਤੇ ਚੱਲਦੇ ਆ, ਜੀਵਨ ਬਤੀਤ ਕਰਦੇ ਆ, ਉਹ ਪਰਿਵਾਰ ਚੜ੍ਹਦੀ ਕਲਾ 'ਚ ਵੀ ਰਹਿੰਦੇ ਆ, ਤਰੱਕੀ ਵੀ ਕਰਦੇ ਆ, ਤੇ ਰੱਬ ਵੀ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਆ, ਤੇ ਪਰਿਵਾਰਾਂ 'ਚ ਸੁੱਖ ਸ਼ਾਂਤੀ ਰਹਿੰਦੀ। ਇਸ ਕਰਕੇ ਆਓ ਇਹੀ ਅਸਰ ਪਰਮੇਸ਼ਵਰ ਅੱਗੇ ਅਰਦਾਸ ਕਰੀਏ ਉਹਦੇ ਚਰਨਾਂ 'ਚ ਜਿੰਨਾ ਸਾਨੂੰ ਜੀਵਨ ਮਿਲਿਆ, ਉਹਦੇ ਚਰਨਾਂ 'ਚ ਰਹਿ ਕੇ ਲੰਘ ਜੇ। ਤਾਂ ਮੈਂ ਸਮਝਦਾ ਇਹਦੇ ਵਰਗੀ ਕੋਈ ਗੱਲ ਨਹੀਂ, ਉਹਦੇ ਹੁਕਮ 'ਚ ਚੱਲਦਿਆਂ ਜੇ ਬਤੀਤ ਕਰ ਜੀਏ। ਤੇ ਆਓ ਸਾਰੇ ਰਲ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਇਹੀ ਅਰਦਾਸ ਕਰੀਏ, ਬੇਨਤੀ ਕਰੀਏ ਉਸ ਵਿਛੜੇ ਹੋਏ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣਾ। ਪਿੱਛੇ ਪਰਿਵਾਰ ਨੂੰ, ਸਾਥ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ, ਸਾਨੂੰ ਸਾਰਿਆਂ ਨੇ ਇਸ ਕਹਾਣੀ ਨੂੰ ਮੰਨਣ ਦਾ ਬਲ ਬਖਸ਼ਣਾ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਇਹੋ ਸਚਿਨ ਸੀਸੜੀਆਂ, ਜੋ ਹੋਗਾ ਸਾਹਿਬ ਜੋ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸ਼ਿਵਪੁਰੀ ਸੁਧਾਰ ਸਮਿਤੀ ਮੁਕੇਰੀਆਂ, ITI ਮੁਕੇਰੀਆਂ ਦੇ ਪ੍ਰਿੰਸੀਪਲ ਸਾਹਿਬ ਤੇ ਸਟਾਫ ਮੈਂਬਰ ਤੇ ਬੱਚਿਆਂ ਵੱਲੋਂ, ਪੋਲੀਟੈਕਨੀਕਲ ਕਾਲਜ ਜਿੱਥੇ ਤੁਸੀਂ ਬੈਠੇ ਹੋ, ਉਹਨਾਂ ਦੇ ਸਟਾਫ, ਪ੍ਰਿੰਸੀਪਲ ਤੇ ਬੱਚਿਆਂ ਵੱਲੋਂ, ਗੁਰੂ ਗੋਬਿੰਦ ਸਿੰਘ ਸਕੂਲ ਬੇਗਪੁਰ ਕਮਲੂ ਉਹਨਾਂ ਵੱਲੋਂ, ਇੰਜੀਨੀਅਰਿੰਗ ਕਾਲਜ ਦਲੇਵਾਲ, ਇਹਨਾਂ ਸਾਰੀਆਂ ਸੰਸਥਾਵਾਂ ਦਾ ਮੈਂ ਪਰਿਵਾਰ ਵੱਲੋਂ ਧੰਨਵਾਦੀਆਂ, ਇਹਨਾਂ ਦੇ ਸਟਾਫ ਮੈਂਬਰ, ਪ੍ਰਿੰਸੀਪਲ ਸਾਹਿਬ ਤੇ ਬੱਚਿਆਂ ਦਾ। ਇੱਕ ਗੱਲ ਮੈਂ ਮਾਂ ਬਾਰੇ ਜ਼ਰੂਰ ਕਹਿਣੀ ਚਾਹੁੰਦਾ। ਰੱਬ ਨੇ ਨਾ ਮਾਂ ਨੂੰ ਬਣਾਇਆ, ਤੇ ਫਿਰ ਮਾਂ ਰੱਬ ਦੇ ਨਾਲ ਕੀ ਹੋਇਆ ਉਹਦੇ ਬਾਰੇ ਮੈਂ ਗੱਲ ਕਰਦਾ। ਅੱਧੇ ਮਿੰਟ ਦੀ ਗੱਲ ਹੈ। ਕਹਿੰਦਾ ਖੁਦਾ ਕਾ ਕਾਮ ਥਾ ਮੁਹੱਬਤ, वो माँ करने लगी। खुदा का काम था मोहब्बत, वो माँ करने लगी। खुदा का काम था रहमत, वो माँ करने लगी। खुदा का काम था बरकत, वो भी माँ करने लगी। देखते ही देखते खुदा की आंखों के सामने कोई और परवरदिगार हो गया। खुदा बहुत पछताया, बहुत तड़पा, क्योंकि उसके आंखों के सामने कोई और परवरदिगार हो गया और खुदा खुद बेरोजगार हो गया। और अज जे देखा जाए, जो माँ असीस दिंदी है, जो बाप असीस दिंदा, वो साडे नाल धुर तक जाती है। सो मैं अखीर विच बेनती करांगा सरदार हरबंस सिंह जी मंजपुर, वो सारिਆਂ ਨੂੰ लंगर की अपील करते हैं। धन्यवाद सरदार परमजीत सिंह जी करनगे ते सरदार हरबंस सिंह जी मंजपुर वो शरधा दसमन भेंट कर सरदार हरबंस सिंह मंजपुर। सम्मानयोग साहिब श्री गुरु ग्रंथ साहिब जी की पवित्र हजूरी साजी नवाजी गुरु प्यारी साध संगत जीओ, फतेह अज करदा वाहिगुरू जी का खालसा, वाहिगुरू जी की फतेह। गुरबाणी का कथन है, जम्मण मरना हुक्म है भाणे आवे। इस फानी संसार से जो भी प्राणी आया उसने एक ना एक दिन इथों कूच कर जाना है। गल सच्चाई है कि जिउना झूठ ते मरना सच। इस संसार विच मनुख ना अपनी खुशी नाल आया ते ना उन्हें अपनी खुशी नाल जाना। ये गल सच्चाई है। जिथों तक संबंध है साडे सत्कारयोग माता महेंद्र कौर जी का, इन्होंने पापा जी तो बाद सरदार हरदेव सिंह जी तो बाद लंबा समा सानू सारिਆਂ ਨੂੰ सरपरस्ती दी।
ਸਰਦਾਰ ਪਰਮਜੀਤ ਸਿੰਘ, ਸਰਦਾਰ ਹਰਜੀਤ ਸਿੰਘ ਤੇ ਮੇਰੀਆਂ ਭੈਣਾਂ, ਇਹਨਾਂ ਨੇ ਹਮੇਸ਼ਾ ਹੀ ਉਹਨਾਂ ਦੀ ਜਿਹੜੀ ਯਾਦ ਸੀ ਉਹਨੂੰ ਨਾਲ ਆਪਣੇ ਵਸਾ ਕੇ ਮੈਂ ਦੇਖਦਾ ਰਿਹਾ ਕਿ ਪਰਮਜੀਤ ਨੇ ਜਦੋਂ ਬਾਹਰੋਂ ਆਉਣਾ ਤੇ ਕਈ ਵਾਰੀ ਅਸੀਂ ਉੱਥੇ ਇਹਨਾਂ ਕੋਲ ਬੈਠੇ ਹੋਣਾ ਘਰੇ, ਤੇ ਇਹਨਾਂ ਨੇ ਕਿਸੇ ਆਸੇ ਪਾਸੇ ਨਹੀਂ ਜਾਣਾ, ਗੱਡੀ 'ਚੋਂ ਉਤਰ ਕੇ ਤੇ ਸਿੱਧੇ ਹੀ ਮਾਤਾ ਜੀ ਦੇ ਜਾ ਕੇ ਲਾ ਕੇ ਪੈਰੀ ਹੱਥ ਨਾਲ ਹੀ ਉੱਥੇ ਬਹਿ ਜਾਣਾ। ਜੋ ਮੰਜੇ ਦੇ ਬੈਠਦੇ ਬੈਠੋ ਤੇ ਮੈਂ ਬੈਠ ਤੇ, ਜੋ ਸੋਫੇ ਤੇ ਬੈਠੇ ਹੋਣ ਸੋਫੇ ਤੇ, ਉਹਨਾਂ ਦਾ ਆਸ਼ੀਰਵਾਦ ਲੈ ਕੇ। ਵੈਸੇ ਵੀ ਮਿੱਠ ਬੋਲੜਾ ਤੇ ਠੰਡਾ, ਜਿੱਥੋਂ ਤੱਕ ਮਾਂ ਦਾ ਸੰਬੰਧ ਹੈ। ਨਿੱਕਾ ਜਿਹਾ ਸ਼ਬਦ ਦੱਸਿਆ ਸਾਬੀ ਨੇ, ਤੁਹਾਡੇ ਕਟਵਾਲ ਜੀ ਦੱਸ ਕੇ ਗਏ, ਸਰਦਾਰ ਰਣਜੋਤ ਸਿੰਘ ਜੀ ਤੇ ਬਹੁਤ ਵਿਦਵਾਨ ਨੇ। ਮਾਂ ਦੇ ਬਾਰੇ ਬਹੁਤ ਕੁਝ ਕਿਹਾ ਜਾਂਦਾ, ਪਰ ਇੱਕੋ ਅੱਖਰ ਦਾ ਸ਼ਬਦ ਤੇ ਹੈਗੀ ਸਾਰੇ ਸੰਸਾਰ ਦੀ ਯੂਨੀਵਰਸਿਟੀ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰ। ਧਰਤੀ ਦਾ ਰੱਬ ਜੀ ਕੋਈ ਹੈਗਾ ਤੇ ਉਹ ਮਾਂ ਹੈ, ਕਿਉਂਕਿ ਮਾਂ ਨੇ ਦੱਸਿਆ ਨਾ ਸਾਨੂੰ ਵੀ ਤੁਹਾਡੇ ਪਾਪਾ ਜੀ ਸਰਦਾਰ ਹਰਦੇਵ ਸਿੰਘ ਹੈ, ਤੁਹਾਡਾ ਚਾਚਾ ਕੈਪਟਨ ਹੈ, ਤੁਹਾਡਾ ਫਲਾਨਾ ਹੈ, ਤੁਹਾਡਾ ਬਾਬਾ ਸਰ ਬਹਾਦਰ ਮਹਿਤਾਬ ਸਿੰਘ ਹੈ। ਇਹ ਸਾਰਾ ਕੁਝ ਮਾਂ ਨੇ ਦੱਸਿਆ, ਬੱਚੇ ਨੂੰ ਕੀ ਪਤਾ। ਤੇ ਮਾਂ ਜਿੱਦਾਂ ਭਰਾਓ ਵਕੀਲ ਵੀ ਕੋਈ ਨਹੀਂ। ਬੱਚੇ ਜਦੋਂ ਲੜ ਪੈਂਦੇ ਆ, ਅਸੀਂ ਛੋਟੇ ਛੋਟੇ ਨੇ ਸ਼ਰਾਰਤਾਂ ਕਰਨੀਆਂ, ਹਾਣੀਆਂ ਢਾਣੀਆਂ ਨਾਲ ਲੜ ਪੈਣਾ, ਤੇ ਜਦੋਂ ਲਾਂਭਾ ਆਉਣਾ ਘਰ ਮਾਤਾ ਮਹਿੰਦਰ ਕੌਰ ਨੂੰ ਵੀ ਅੱਜ ਹਰਜੀਤ ਨੇ ਆ ਫਲਾਣੇ ਨਾਮੇ ਨੂੰ ਕੁੱਟਿਆ ਤੇ ਅੱਜ ਪਰਮਜੀਤ ਨਾਲ ਫਲਾਣਾ ਮੁੰਡਾ ਲੜ ਪਿਆ, ਤੇ ਮਾਂ ਕਹਿੰਦੀ ਸਾਰਾ ਝੂਠ ਬੋਲਦਾ ਪਿੰਡ, ਸਾਰੇ ਤੁਸੀਂ ਝੂਠ ਬੋਲਦੇ, ਜਿੰਨੀਆਂ ਆਈਆਂ ਲਾਂਭਾ ਲੈ ਕੇ ਦਾਦੀਆਂ ਮਾਵਾਂ ਸਭ ਝੂਠ ਬੋਲਦੀਆਂ। ਮੇਰੇ ਪੁੱਤ ਵਰਗਾ ਤੇ ਕੋਈ ਹੈ ਹੀ ਨਹੀਂ, ਇਹਨੂੰ ਤੇ ਗਾਲ ਹੀ ਨਹੀਂ ਕੱਢਣੀ ਆਉਂਦੀ, ਇਹ ਕਦੀ ਲੜਿਆ ਹੀ ਨਹੀਂ, ਇਹ ਤੇ ਸਰਪਣ ਪੁੱਤ ਹੈ। ਮਾਂ ਜਿੱਦਾਂ ਕੋਈ ਵਕੀਲ ਵੀ ਵੱਡਾ। ਇੱਥੋਂ ਤੱਕ ਸੰਬੰਧ ਹੈ ਪ੍ਰੇਰਨਾ। ਅੱਜ ਇੱਕ ਵਿਦਵਾਨ ਨੇ ਕਿਹਾ, ਜਿੱਦਾਂ ਖਜੂਰੀਆ ਸਾਹਿਬ JNK ਤੋਂ ਆਏ ਆ, ਮੈਂ ਦੇਖ ਰਿਹਾ ਸੀ, ਮੈਂ ਸੁਣ ਰਿਹਾ ਸੀ, ਇਹ ਪਰਮਜੀਤ ਨਿੱਕਾ ਜਿਹਾ ਉੱਥੇ ਪੜ੍ਹਨ ਜਾਂਦਾ ਸੀ, ਡਿਪਲੋਮਾ ਉੱਥੋਂ ਕੀਤਾ ਇਹਨੇ, ਮੈਂ ਉਦੋਂ ਦਾ ਹੀ ਜਾਣਦਾ। ਉਹ ਆਸ਼ੀਰਵਾਦ ਤੁਹਾਡੀ ਗੁਰੂਆਂ ਦੀ ਵੀ, ਜਿਹੜੇ ਪ੍ਰੋਫੈਸਰ ਸਾਹਿਬ ਖਜੂਰੀਆ ਜੀ ਜੰਮੂ ਵਾਲੇ ਬੋਲ ਕੇ ਗਏ ਹੋ, ਜਿੰਨੇ ਜੰਮੂ ਵਾਲੇ ਆਏ ਹੋ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਤੁਸੀਂ ਇੱਕ ਅਣਘੜਤ ਹੀਰੇ ਨੂੰ ਤਰਾਸ਼ ਕੇ ਤੇ ਸਾਨੂੰ ਵਾਪਸ ਕਰ ਦਿੱਤਾ। ਅੱਜ 10 ਸੰਸਥਾਵਾਂ, ਕਿਸੇ ਵਿਦਵਾਨ ਨੇ ਕਿਹਾ ਕਿ ਜੇਕਰ ਇੱਕ ਸਕੂਲ ਬਣ ਜਾਏ ਤੇ 10 ਜੇਲ੍ਹਾਂ ਨੂੰ ਤਾਲੇ ਲੱਗ ਜਾਂਦੇ, ਕਿਉਂਕਿ ਕ੍ਰਾਈਮ ਸਮਾਜ ਨੂੰ ਇੰਨਾ ਘਟ ਜਾਂਦਾ, ਅਕਲ ਇੰਨੀ ਆ ਜਾਂਦੀ ਹੈ। ਤਲੀਮ ਇੱਕ ਇੱਦਾਂ ਦੀ ਗੱਲ ਹੈ, ਸੈਦ ਮਾਤਾ ਮਹਿੰਦਰ ਕੌਰ ਨੇ ਪਰਮਜੀਤ ਦੇ ਤੇ ਹਕੀਕਤ ਦੇ ਕੰਨ ਵਿੱਚ ਇਹ ਗੱਲ ਪਾਤੀ, ਗੁਰਪ੍ਰਸਾਦੀ ਵਿਦਿਆ ਵਿਚਾਰੇ ਪੜ ਪਾਵੇ ਮਾਂ। जैसे सत मंदिर कंचन के उसार जी ने तैसा पुन सिख को एक शब्द सिखाएगा, ਜਿਹੜਾ ਬੋਧ ਅੱਖਰ ਕਿਸੇ ਬੱਚੇ ਨੂੰ ਸਿਖਾ ਦੇਣਾ, ਇਹ ਸੱਤ ਸੋਨੇ ਦੇ ਮੰਦਰ ਉਸਾਰਨ ਤੋਂ ਉੱਤਮ ਹੈ। ਕਿਉਂਕਿ ਮੰਦਰ, ਗੁਰਦੁਆਰਾ, ਮਸਜਿਦ, ਗਿਰਜੇ ਦਾ ਗੁਰੂ ਰਾਮਦਾਸ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ, ਸ਼੍ਰੀ ਰਾਮਚੰਦਰ ਜੀ, ਭਗਵਾਨ ਕ੍ਰਿਸ਼ਨ ਜੀ, ਇਹਨਾਂ ਦਾ ਪਤਾ ਕਿੱਦਾਂ ਲੱਗੇਗਾ ਜੇ ਬੱਚਾ ਪੜ੍ਹੇਗਾ ਹੀ ਨਾ। ਤੇ ਜਿਹੜੀ ਪੜ੍ਹਾਈ ਹੈ ਉਹ ਸਭ ਤੋਂ ਵੱਡੀ ਗੱਲ ਹੈ। ਇਹ ਖੇਤਰ ਇਹਨੇ ਇੱਕ ਇਸ ਤਰ੍ਹਾਂ ਦਾ, ਪਰਮਜੀਤ ਨੇ ਮਾਂ ਦੀ ਪ੍ਰੇਰਨਾ, ਜਿੰਨੇ ਬੈਠੇ ਆ ਆਪਣੇ ਆਪ ਨੂੰ ਲੋਕਾਂ ਦੇ ਸੇਵਾਦਾਰ ਭਾਉਣ ਵਾਲੇ, ਮਾਂ ਦੀ ਪ੍ਰੇਰਨਾ ਤੋਂ ਬਿਨਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰ ਗਿਆ ਬੈਸਣ ਪਾਈਏ। ਮਾਂ ਨੇ ਕੰਨ 'ਚ ਪਾਤੀ ਫੂਕ ਹਰਜੀਤ ਦੇ ਤੇ ਪਰਮਜੀਤ ਦੇ ਵੀ ਸਮਾਜ ਦੀ ਸੇਵਾ ਕਰਨੀ ਹੈ, ਕੌਮ ਦੀ ਸੇਵਾ ਕਰਨੀ ਹੈ, ਇਲਾਕੇ ਦੀ ਸੇਵਾ ਕਰਨੀ ਹੈ। ਤੇ ਸੇਵਕ ਨੂੰ ਸੇਵਾ ਬਣਿਆ, ਉਹ ਸੇਵਾ ਨੂੰ ਫਲ ਇੰਨਾ ਲੱਗਾ ਕਿ ਅੱਜ ਪੂਰੇ ਦੁਆਬੇ ਵਿੱਚ ਹੀ ਨਹੀਂ, ਪੰਜਾਬ ਵਿੱਚ ਹੀ ਨਹੀਂ, ਨਾਰਥ ਇੰਡੀਆ ਵਿੱਚ ਜਿੰਨੇ ਚੁੱਲ੍ਹੇ ਤਪਦੇ ਹੈ ਉਹਦੇ ਵਿੱਚ ਪਰਮਜੀਤ ਸਿੰਘ ਦਾ ਹੱਥ। ਇਹ ਇਨਵੈਸਟਮੈਂਟ ਹੈ। ਅੱਜ ਜੇ ਅਸੀਂ ਬੱਚਾ ਪੜ੍ਹਾਉਂਦੇ ਆ, ਬੜੀ ਫੀਸ ਹੈ ਜੀ, ਬੜੀ ਫੀਸ ਹੈ ਜੀ, ਮੈਂ ਕਹਿੰਦਾ ਫੀਸਾਂ ਕਿੱਥੇ ਹੈ? ਤੁਸੀਂ ਬੇਫਜ਼ੂਲ ਖਰਚ ਕਰਦੇ ਹੋ, ਬੇਫਜ਼ੂਲ ਸਮਾਜ ਵਿੱਚ ਖਰਚ ਹੋ ਰਿਹਾ, ਵਿਆਹਾਂ ਸ਼ਾਦੀਆਂ ਤੇ ਹੋ ਰਿਹਾ। ਜੇ ਫੀਸ ਵਧਾ ਦੇਣ 10 ਰੁਪਏ ਕਿਤੇ ਗੱਡੀ ਦੀ ਜਾਂ ਬੱਚਿਆਂ ਦੀ ਫੀਸ ਵਧਾ ਦੇਣ, ਤੇ ਇਹ ਜਿਹੜੇ ਕੁੜੀਆਂ ਸਾਡੀਆਂ ਟੀਚਰ ਆ ਉੱਥੇ, ਸਾਡੀਆਂ ਬੇਟੀਆਂ, ਉਹਨਾਂ ਨੂੰ ਤਨਖਾਹਾਂ ਕਿੱਥੋਂ ਦੇਣੀਆਂ? ਉਹਨਾਂ ਨੇ ਆਪਣੇ ਘਰ-ਬਾਰ ਦਾ, ਪਰਿਵਾਰ ਗੁਜ਼ਾਰਾ ਕਿੱਦਾਂ ਚਲਾਉਣਾ?
ਸ਼ਰਾਬ ਦੇ ਠੇਕਿਆਂ ਦੇ ਉੱਤੇ ਲਾਈਨਾਂ ਲੱਗੀਆਂ। ਆ ਮੇਰੀਆਂ ਭੈਣਾਂ ਗੁੱਸਾ ਨਾ ਕਰਨ, ਇਹਨਾਂ ਕੋਲ ਇੱਕ ਇੱਕ ਦੁਕਾਨ ਜਿੰਨੇ ਕੱਪੜੇ ਘਰ ਹੈ ਤੇ ਫਿਰ ਖਰੀਦਣ ਤੁਰ ਪੈਂਦੀਆਂ। ਤੇ ਜੇ ਨਿਆਣੇ ਦੀ ਫੀਸ ਸਾਨੂੰ ਆਈ ਕਹਿੰਦੀਆਂ ਮਾਫ ਕਰਾ ਦਿਓ, ਪਰਮਜੀਤ ਨੂੰ ਕਹੋ ਜੀ ਫੀਸ ਘੱਟ ਕਰ ਦਿਓ। ਇਸ ਕਰਕੇ ਮੈਂ ਤੁਹਾਨੂੰ ਸਮਾਜ ਨੂੰ ਬੇਨਤੀ ਕਰਨਾ, ਇਲਾਕੇ ਨੂੰ ਬੇਨਤੀ ਕਰਨਾ ਕਿ ਡਟ ਕੇ ਸਹਿਯੋਗ ਦਿਓ ਪਰਮਜੀਤ ਦਾ ਵੀ ਤੇ ਬਾਕੀ ਵੀ ਸਾਰਿਆਂ ਦਾ। ਜਿਹੜੀ ਵਿਦਿਆ ਹੈ ਇਹਦੇ ਵਰਗੀ ਕੋਈ ਚੀਜ਼ ਨਹੀਂ। ਜੇ ਸਮਾਜ ਨੂੰ ਸੁਧਾਰਨਾ ਹੈ ਤੇ ਐਜੂਕੇਸ਼ਨ ਤੋਂ ਬਗੈਰ ਘਰ ਬਾਹਰ ਕਿਤੇ ਕੋਈ ਚੀਜ਼ ਚੱਲ ਨਹੀਂ ਸਕਦੀ। ਸੋ ਮਾਂ ਦੀ ਪ੍ਰੇਰਨਾ ਤੇ ਪਤਨੀ ਦਾ ਸਹਿਯੋਗ, ਇਹਦੇ ਬਿਨਾਂ ਕੋਈ ਬੰਦਾ ਅੱਜ ਤੱਕ ਦੁਨੀਆ ਤੇ ਗਾਹ ਨਹੀਂ ਵੱਧ ਸਕਿਆ। ਰੋਜੀ ਨਾ ਗੁੱਸਾ ਕਰੇ ਵੀ ਮਾਂ ਦੀਆਂ ਸਿਫਤਾਂ ਕਰੀ ਜਾਂਦੇ ਆ, ਮੈਂ ਇੰਨੀ ਸੇਵਾ ਕਰਦੀ ਆ। ਰੋਜੀ ਤੇਰਾ ਸਹਿਯੋਗ ਹੈ। ਤੂੰ ਜਿਸ ਤਰ੍ਹਾਂ ਮੈਂ ਦੇਖਿਆ ਪਰਮਜੀਤ ਕਾਫੀ ਦੇਰ ਤੋਂ ਦਵਾਈਆਂ ਖਾ ਰਿਹਾ, ਉਹਨੇ ਡੱਬਾ ਲਿਆ ਕੇ ਕਹਿੰਦੀ ਆਹ ਖਾਓ, ਆਹ ਨਾ ਖਾਓ, ਏਦਾਂ ਕਰੋ, ਆਹ ਪੀਓ, ਆਹ ਕਰੋ। ਬਹੁਤ ਵੱਡਾ ਯੋਗਦਾਨ ਹੈ ਧਰਮ ਪਤਨੀ ਦਾ ਅਤੇ ਮਾਤਾ ਦੀ ਪ੍ਰੇਰਨਾ ਤੇ ਪਤਨੀ ਦੇ ਸਹਿਯੋਗ ਬਿਨਾ ਕੋਈ ਗਾਹ ਨਹੀਂ ਵੱਧ ਸਕਦਾ। ਅੱਜ ਜਿੰਨੀਆਂ ਇੰਸਟੀਟਿਊਸ਼ਨਾਂ ਚੱਲ ਰਹੀਆਂ ਤੇ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਗੁਰੂ ਨਾਨਕ ਦੇਵ ਗਰੁੱਪ ਐਜੂਕੇਸ਼ਨ ਚੱਲ ਰਿਹਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਂ ਦੇ ਉੱਤੇ ਸਕੂਲ ਚੱਲ ਰਹੇ ਹੈ। ਜਦੋਂ ਇੱਕ ਬੱਚਾ ਪੜ੍ਹਦਾ ਹੈ ਤੇ ਉਹ ਪੜ੍ਹ ਕੇ ਸਰਟੀਫਿਕੇਟ ਲੈ ਕੇ ਜਾਂਦਾ ਤੇ ਇੱਕ ਚੱਲਦਾ ਫਿਰਦਾ ਗੁਰਦੁਆਰਾ ਬਣਦਾ, ਚੱਲਦਾ ਫਿਰਦਾ ਮੰਦਿਰ ਬਣਦਾ। ਬੱਚੇ ਨੂੰ ਸੋਝੀ ਆ ਜਾਂਦੀ ਹੈ। ਉਹ ਬੱਚਾ ਕੈਨੇਡਾ ਜਾ ਕੇ ਜਦੋਂ ਡਿਗਰੀ ਡਿਪਲੋਮਾ ਦੇਖਦਾ ਉਹ ਕਹਿੰਦਾ ਪੜ੍ਹ ਕਿੱਥੋਂ ਆਇਆ ਇੰਟਰਵਿਊ ਲੈਣ ਵਾਲਾ, ਉਹ ਕਹਿੰਦਾ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਬਲਿਕ ਸਕੂਲ ਕਮਲੂ ਤੋਂ ਆਇਆ, ਮੈਂ ਗੁਰੂ ਨਾਨਕ ਸਾਹਿਬ ਦੇ ਕਾਲਜ ਤੋਂ ਟੱਲੇਵਾਲ ਤੋਂ ਪੜ੍ਹ ਕੇ ਆਇਆ। ਤੇ ਫਿਰ ਸਾਡੀ ਸਿੱਖੀ ਦਾ ਪ੍ਰਚਾਰ, ਸਾਡੀ ਕੌਮ ਦਾ ਪ੍ਰਚਾਰ, ਪਰਮਜੀਤ ਸਿੰਘ ਤੇ ਬਹੁਤ ਵੱਡਾ ਪ੍ਰਚਾਰਕ ਹੈ ਦੁਆਬੇ ਦਾ। ਇਹਨੂੰ ਸਾਰੇ ਸਹਿਯੋਗ ਦਿਓ। ਅੰਤ ਵਿੱਚ ਸਮਾਂ ਜ਼ਿਆਦਾ ਹੋ ਗਿਆ। ਮਾਤਾ ਮਹਿੰਦਰ ਕੌਰ ਜੀ ਨੂੰ ਮੈਂ ਸ਼ਰਧਾ ਤੇ ਸਤਿਕਾਰ ਸੰਗਤ ਵਿੱਚ ਸ਼ਾਮਲ ਹੋ ਕੇ ਜੋ ਤੁਸੀਂ ਅਰਦਾਸ ਕੀਤੀ ਹੈ, ਅੰਤਮ ਅਰਦਾਸ ਵਿੱਚ ਸ਼ਾਮਲ ਹੋ ਕੇ ਸਤਿਗੁਰੂ ਦੇ ਚਰਨਾਂ 'ਚ ਇਹ ਬੇਨਤੀ ਕਰਦਾ ਕਿ ਜਾਣੇ ਅਣਜਾਣੇ ਚੇਤ ਅਚੇਤ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਦੇ ਵਾਕਾਂ ਅਨੁਸਾਰ ਮਾਤਾ ਜੀ ਕੋਲੋਂ ਪਰਿਵਾਰ ਸੇਵਾ ਸਮਾਜ ਸੇਵਾ ਨਿਭਾਉਂਦਿਆਂ ਕੋਈ ਭੁੱਲ ਗਲਤੀ ਉੱਚਾ ਨੀਵਾਂ ਬੋਲ ਹੋ ਗਿਆ ਹੋਵੇ, ਮਾਫ ਕਰਕੇ ਆਪਣੇ ਚਰਨਾਂ 'ਚ ਨਿਵਾਸ ਦੇਣਾ। ਪਿੱਛੇ ਪਰਮਜੀਤ ਸਿੰਘ ਹਰਜੀਤ ਸਿੰਘ ਦੇ ਸਾਡੀਆਂ ਭੈਣਾਂ ਨੂੰ ਇਹ ਅਕਹਿ ਤੇ ਅਸਹਿ ਭਾਣਾ ਮੰਨਣ ਦਾ ਬਲ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। कि तेरे दामन में सितारे हैं तो होंगे ऐ फलक, मुझको अपनी मां की मैली ओढ़नी अच्छी लगी। मैं बेनती करांगा साडे बहुत ही सत्कारयोग पीके जौहर साहब पीके जौहर साहब वो भी शरधा दा समझ भेंट करने चाहते हैं। मैं उन्होंने समा जरूर थोड़ा जा देना चाहांगा कि वो आन के 2 मिनट दे रही वो शरधा दा समझ भेंट कर पीके जौहर साहब। मैं खड़ा ਹੁੰਦਾ ਤੇ ਮੇਰੇ ਖਿਆਲ सोसाइटी ਦੇ ਬਹੁਤ ਲੋਕਾਂ ਨੇ ਮੈਨੂੰ ਪਛਾਣ ਲੈਣਾ ਸੀ। ਮੇਰਾ ਇਹਨਾਂ ਨਾਲ ਬਹੁਤ ਪਹਿਲੇ ਦਿਨ ਤੋਂ ਹੀ ਜਿਵੇਂ ਹੁਣੇ ਸਾਡੇ ਵੀਰ ਜਿਹੜੇ ਮੇਰੇ ਛੱਟੇ ਵੀਰ ਨੇ ਉਹ ਵੀ ਦੱਸ ਰਹੇ ਸੀ ਉਦੋਂ ਤੋਂ ਸੰਬੰਧ ਹੈ। ਹੋਣਹਾਰ ਬਲਵਾਨ ਕੇ ਚਿਕਨੇ ਪਾਣ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ। ਅਸੀਂ ਇਕੱਠੇ ਪੜ੍ਹਦੇ ਹਾਂ, ਇਕੱਠੇ ਰਹਿੰਦੇ ਹਾਂ। ਜੇ ਕਿਸੇ ਘਰ ਦੀ ਸੰਗਤ ਸੋਚ ਅੱਛੀ ਹੈ ਤੇ ਕਦੇ ਕਹਿੰਦੇ ਆ ਉੱਤੇ ਰਾਜ ਕਰਨਾ ਸ਼ੁਰੂ ਹੋ ਜਾਂਦਾ। ਉਹ ਸਭ ਦਾ ਭਲਾ ਕਰਦਾ ਹੀ ਚੱਲ ਜਾਂਦਾ। ਕਿਸੇ ਦਾ ਬੁਰਾ ਸੋਚ ਕੇ ਕਿਸੇ ਦਾ ਬੁਰਾ ਕਰਕੇ ਕਦੀ ਉੱਨਤੀ ਨਹੀਂ ਮਿਲਦੀ। ਵਾਹਿਗੁਰੂ ਦੇ ਘਰ ਵਡਿਆਈਆਂ ਨਹੀਂ ਮਿਲਦੀਆਂ। ਵਾਹਿਗੁਰੂ ਦੇ ਘਰ ਵਡਿਆਈਆਂ ਉਹਨੂੰ ਮਿਲਦੀਆਂ ਜਿਹੜਾ ਦੁਸ਼ਮਣ ਨਾਲ ਵੀ ਸੱਜਣਤਾ ਕਰੇ। ਮੈਂ ਆਈਦਾ ਨਹੀਂ, ਮੈਂ ਲੰਮਿਆਂ ਤੋਂ ਸਭ ਦੇ ਵਿਚਾਲਿਆ ਹੁੰਦਾ। ਮੇਰੀ ਉਹਨਾਂ ਨਾਲ ਕੋਈ ਪਹਿਲੇ ਦਿਨ ਤੋਂ ਹੀ ਇੱਕ ਭਾਈਚਾਰਾ ਹੈ। ਮੈਂ ਹੁਣ ਸਭ ਤੋਂ ਸੁੱਖ ਵਿੱਚ ਇਕੱਠਾ ਹੁੰਦਾ। ਮੈਂ ਤਾਂ ਇਹੋ ਕਹਾਂਗਾ ਇੰਨੀ ਯੰਗ ਏਜ ਵਿੱਚ ਇੱਕ ਮੈਂ ਹੀ ਹਾਂ ਜੋ ਸੇਜ 'ਚ ਹੈ ਕਿ ਮੈਨੂੰ 2 ਬੰਦੇ ਨੇ ਉਠਾਇਆ, ਉੱਠ ਨਹੀਂ ਹੋਇਆ। ਮਮਤਾ ਵਾਲਾ ਮੈਂ ਬੈਠ ਤਾਂ ਗਿਆ ਕੋਲ। ਤੁਸੀਂ ਇਮੈਜਿਨ ਕਰੋ ਇੱਕ ਯੰਗ ਏਜ ਵਿੱਚ ਕਿੰਨਾ ਕੁਛ ਕੀਤਾ। ਮੈਂ ਤਾਂ ਕਹਿੰਦਾ ਤੁਹਾਡੇ ਬੱਚਿਆਂ ਵਾਸਤੇ, ਤੁਹਾਡੀ ਫੈਮਿਲੀ ਵਾਸਤੇ, ਸਾਡੇ ਸਾਰਿਆਂ ਵਾਸਤੇ ਇੱਕ ਪ੍ਰੇਰਨਾ ਦਾ ਸਰੋਤ ਹੈ ਕਿ ਆਓ ਅਸੀਂ ਜ਼ਰੂਰ ਕਿਤੋਂ ਕੋਈ ਪ੍ਰੇਰਨਾ ਲਈਏ। ਪਤਾ ਨਹੀਂ ਕਿਹਨੂੰ ਕਦੋਂ ਕਿੱਥੋਂ ਪ੍ਰੇਰਨਾ ਆ ਜਾਣੀ ਬੱਚੇ ਨੂੰ ਤੇ ਉਸਨੇ ਉਸ ਰਸਤੇ ਚੱਲ ਪੈਣਾ। ਕਿਉਂਕਿ ਇਹਨਾਂ ਦੀ ਆਪਣੀ ਸੋਚ ਬਹੁਤ ਅੱਛੀ ਸੀ। ਇਸੇ ਤਰ੍ਹਾਂ ਹੀ ਸਾਡਾ ਬੱਚਾ
ਮੇਰੇ ਨਾਲ ਮੇਰੇ ਸਾਰੇ ਪੰਜਾਬ ਦੇ ਕਾਲਜਾਂ ਦਾ ਸੰਬੰਧ ਹੈ, ਪਰ ਮੈਂ ਕਹਾਂਗਾ ਕਿ ਇਹਨਾਂ ਦੇ ਬੱਚੇ ਵਰਗਾ ਬੱਚਾ ਸੋਲ ਸੁਥਰਾ ਅੱਛਾ ਨਹੀਂ। ਇਹ ਸਾਨੂੰ ਮਾਂ ਬਾਪ ਦਾ ਵੀ ਦੇਣ ਹੈ। ਮੈਂ ਤੇ ਆਪ ਕਹਾਂਗਾ ਜਿਵੇਂ ਇਹਨਾਂ ਦੇ ਬੱਚੇ ਨੂੰ ਇਹਨਾਂ ਦਾ ਇਹਨਾਂ ਦੀ ਨਸੀਬ ਹੈ, ਇਹਨਾਂ ਦੀ ਨਸੀਬ ਬਾਰੇ ਮੈਂ ਕਹਾਂਗਾ ਕਿ ਪਰਮਾਤਮਾ ਦੀ ਐਸੀ ਲਾਡਲੀ ਬਿਟੀਆ ਹੈ ਜਿੱਤੀ ਵਾਹਿਗੁਰੂ ਦੇ ਦੋਨੋਂ ਹੱਥ ਹੈ। ਉਹ ਕਾਹਦੇ ਲਈ ਉਹਨੇ ਇੰਨਾ ਸਹਿਯੋਗ ਦਿੱਤਾ ਕਿ ਥਕਾਵਟ ਹੋਈ ਨਹੀਂ, ਤਕਲੀਫ ਹੋਈ ਨਹੀਂ। ਮੈਂ ਲਾਈਫ ਦੇ ਵਿੱਚ ਕਈ ਵਾਰੀ ਸਾਨੂੰ ਕੋਈ ਟੈਨਸ਼ਨ ਆਈ, ਸਾਡੇ ਨਾਲ ਹੁਣੀ ਮੇਰੇ ਨਾਲ ਦੋ ਆਏ ਸੱਜਣ ਬਹੁਤ ਅੱਛੇ ਸ਼ਰਮਾ ਜੀ, ਬਾਕੀ ਬਤਵੰਤੇ ਸੱਜਣ ਕਈਆਂ ਦਾ ਮੈਂ ਨਾਂ ਵੀ ਜਾਣਦਾ, ਕਈਆਂ ਨੂੰ ਮਿਲਿਆ ਹੋਇਆ, ਇਕੱਲੇ ਇਕੱਲੇ ਦਾ ਲੈਣ ਦੀ ਬਜਾਏ ਮੈਂ ਇਹ ਕਹਾਂਗਾ ਤੁਹਾਡੀ ਸਭ ਦੀ ਹਾਜ਼ਰੀ, ਤੁਹਾਡੇ ਸਭ ਦਾ ਆਉਣਾ ਹੀ ਦੱਸਦਾ ਕਿ ਮੇਰੇ ਵੀਰ ਦੀ ਤੁਹਾਡੇ ਪ੍ਰਤੀ ਕਿੰਨੀ ਸ਼ਰਧਾ, ਕਿੰਨਾ ਪਿਆਰ, ਕਿੰਨੀ ਕਰਨਾ ਤਮੰਨਾ ਹੈ ਕਿ ਤੁਹਾਡਾ ਮਨ ਖਿੱਚਿਆ। ਮੈਂ ਤੇ ਇਹ ਕਹਾਂਗਾ ਕਿ ਮਾਤਾ ਜੀ ਨੂੰ ਪ੍ਰਮਾਤਮਾ ਨੇ ਸੱਚੀ ਵਾਹਿਗੁਰੂ ਨੇ ਆਪਣੀ ਸ਼ਰਨਾ 'ਚ ਦੇਣੀ ਹੈ, ਸਤਾਨ ਦੇਣਾ। ਕਿਉਂ ਦੇਣਾ? ਕਿਉਂਕਿ ਉਹਨਾਂ ਨੇ ਆਪਣੇ ਜੀਵਨ 'ਚ ਪਵਿੱਤਰ ਦਾ ਹੀ ਕੰਮ ਕੀਤਾ। ਅਗਰ ਇਹ ਆਪਣੇ ਬੱਚੇ ਜਾਂ ਪੋਤੇ ਨੂੰ ਕਰਦੇ ਤੇ ਉਹਨਾਂ ਨੇ ਅੱਗੇ ਵੀ ਹੁਣ ਪੋਜ਼ਿਟਿਵ ਚੱਲ ਰਿਹਾ। ਮੈਂ ਸਾਥ ਵਿੱਚ ਕੋਈ ਨਵੀਂ ਗੱਲ ਨਹੀਂ ਦੱਸਣ ਲੱਗਾ। ਮੈਨੂੰ ਹਸਪੀਟਲ ਜਾਣਾ ਪਿਆ, ਐਸਐਮਓ ਸਾਹਿਬ ਇੱਦਾਂ ਉੱਠ ਕੇ ਮਿਲੇ, ਅਸੀਂ ਮੈਡੀਕਲ ਅਫਸਰ ਨੇ ਦੱਸ ਨਹੀਂ ਸਕਦਾ। ਉਹਨਾਂ ਨੇ ਦੱਸਿਆ ਕਿ ਸਵੇਰੇ ਜਿਹੜੀ ਦੁੱਧ ਦੀ ਜਿੰਨੀ ਹੋਰ ਪੇਟ ਦੀ ਸੇਵਾ ਹੁੰਦੀ ਹੈ ਉਹਦਾ ਸਾਰਾ ਖਰਚਾ ਪਰਮਜੀਤ ਕਰਦਾ। ਜੇ ਅਸੀਂ ਕਿਤੇ ਹੋਰ ਦੇਖੀਏ ਤੇ ਮੈਂ ਗਿਣਨ ਲੱਗਾ ਕਿ ਮੈਨੂੰ ਲੱਗਦਾ ਪਚੀਟੀ ਮੈਂ ਤੁਹਾਡੇ ਲੈ ਜਾਵਾਂਗਾ, ਕਿੱਥੇ ਕਿਤੇ ਕੋਈ ਸੇਵਾ ਦਾ, ਕਿੱਥੇ ਕਿਤੇ ਕਿਸੇ ਨਾਲ ਪਹਿਲੇ ਸੰਬੰਧਾਂ ਦਾ। ਨਹੀਂ ਤੇ ਲੋਕ ਤਾਂ ਕਹਿੰਦੇ ਮੈਨੂੰ ਹੁਣ ਪਿਛੋਕੜ ਨਾ ਯਾਦ ਕਰਾਂਗਾ। ਹੁਣ ਪਿਛੋਕੜ ਦਾ ਵਾਹਿਗੁਰੂ ਨੇ ਕਹਿੰਦੇ ਦੱਸੀ ਨਾ, ਕਿਉਂਕਿ ਮੈਂ ਬਹੁਤ ਅੱਗੇ ਲੰਘ ਗਿਆ, ਪਰ ਇਹ ਕਿ ਉਸ ਪਿਛੋਕੜ ਨਾਲ ਜੁੜੇ ਹੋਏ ਹੈ ਕਿ ਹਰ ਇੱਕ ਦੇ ਨਾਲ ਮਮਤਾ ਸ਼ਰਧਾ ਇਹ ਉਸ ਦੇ ਨਾਲ ਹੈ। ਤਾਂ ਮੈਂ ਬਹੁਤਾ ਨਾ ਕਹਿੰਦਾ ਹੋਇਆ ਇਹੀ ਕਹਾਂਗਾ ਕਿ ਇਹ ਸਤਿਗੁਰ ਸੱਚਾ ਸਾਈਂ ਮੇਰੇ ਵੀਰ ਨੂੰ, ਉਹਦੇ ਬੱਚਿਆਂ ਨੂੰ, ਫੈਮਿਲੀ ਨੂੰ ਇਹ ਪਾਣਾ ਬਖਸ਼ਣ ਦਾ ਬਲ ਬਖਸ਼ੇ ਤੇ ਬਿੰਦਤ ਆਤਮਾ ਛੋੜੀ ਗਈ ਆਤਮਾ ਨੂੰ ਆਪਣੇ ਚਰਨਾਂ 'ਚ ਵਾਸਤੇ। ਇਸੇ ਤਰ੍ਹਾਂ ਮੇਰਾ ਵੀਰ ਉਚਾਈਆਂ ਨੂੰ ਛੂੰਹਦਾ ਰਹੇ, ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰਦਾ ਰਹੇ ਤੇ ਹਮੇਸ਼ਾ ਹੀ ਸੁਸਾਇਟੀ ਦੀ ਸੇਵਾ ਕਰਦਾ ਰਹੇ। ਧੰਨਵਾਦ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਰਿੰਦਰ ਗੁਪਤਾ ਜੀ ਮਿਸ਼ਨ ਗ੍ਰੀਨ ਮੁਕੇਰੀਆਂ ਵਾਲੇ ਸਰਬੱਤ ਦਾ ਭਲਾ ਜਿਹੜੀ ਗਰਾਊਂਡ ਬਣਾ ਰਹੇ ਆ, ਉਹਨਾਂ ਵੱਲੋਂ ਮੈਂ ਉਹਨਾਂ ਦਾ ਵੀ ਇੱਥੇ ਆਉਣ 'ਤੇ ਧੰਨਵਾਦੀ ਹਾਂ, ਸਮਾਂ ਨਹੀਂ ਦੇ ਸਕਾਂਗਾ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇੱਕ ਚੰਗਾ ਕਾਜ਼ ਲੈ ਕੇ ਉਹ ਸਮਾਜ ਵਿੱਚ ਤੁਰੇ ਹੋਏ ਆ, ਉਹਨਾਂ ਦੀ ਵੀ ਜ਼ਰੂਰ ਗਾਏ ਬਗਾਏ ਜੇ ਕਿਤੇ ਸਮਾਂ ਲੱਗੇ ਤਾਂ ਜ਼ਰੂਰ ਮਦਦ ਕਰਿਓ ਜੀ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਪਰਮਜੀਤ ਸਿੰਘ ਜੀ ਨੂੰ ਪਰਿਵਾਰ ਵੱਲੋਂ ਸਾਰਿਆਂ ਦਾ ਆਇਆਂ ਦਾ ਧੰਨਵਾਦ ਕਰਨ ਔਰ ਸਾਰਿਆਂ ਨੂੰ ਲੰਗਰ ਛਕਣ ਦੀ ਬੇਨਤੀ ਕਰਨ। ਪਹਿਲਾਂ ਪ੍ਰਸ਼ਾਦ ਵਰਤਾਇਆ ਜਾਣਾ, ਬਾਅਦ ਵਿੱਚ ਸਾਰਿਆਂ ਨੇ ਲੰਗਰ ਛਕ ਕੇ ਜਾਣਾ ਜੀ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਪੂਜਨੀਕ ਮਾਤਾ ਜੀ ਮਾਤਾ ਮਹਿੰਦਰ ਕੌਰ ਜੀ ਲਗਭਗ 83 ਸਾਲ ਦੀ ਉਮਰ ਗੁਜ਼ਾਰ ਕੇ ਸਾਨੂੰ ਸਾਰਿਆਂ ਨੂੰ ਸਦੀਵ ਵਿਛੋੜਾ ਦੇ ਗਏ। ਮਾਂ ਦੀ ਅਹਿਮੀਅਤ ਬਾਰੇ ਮੈਂ ਪਹਿਲਾਂ ਜਿਹੜੇ ਬੁਲਾਰੇ ਹੈ ਉਹਨੇ ਮਾਂ ਦੀ ਅਹਿਮੀਅਤ ਬਾਰੇ ਦੱਸਿਆ। ਮੇਰੇ ਵੱਡੇ ਭਰਾ ਸਰਦਾਰ ਰਣਜੋਤ ਸਿੰਘ ਜੀ ਨੇ ਮਾਂ ਦੀ ਵੱਖ-ਵੱਖ ਸ਼ਹਿਰਾਂ ਦੁਆਰਾ ਜੋ ਮਾਂ ਦੀ ਅਹਿਮੀਅਤ ਦੱਸੀ ਗਈ ਹੈ ਉਹਦੀ ਬਹੁਤ ਹੀ ਅੱਛੇ ਤਰੀਕੇ ਨਾਲ ਵਿਆਖਿਆ ਗਈ। ਮੈਂ ਜ਼ਿਆਦਾ ਕੁਛ ਨਹੀਂ ਕਹੂੰਗਾ। ਜਦੋਂ ਮਾਤਾ ਜੀ ਗਏ ਤਾਂ ਉਹ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਸ਼ੀ ਵਾਜ਼ ਓਕੇ। ਹਾਂ, ਜਿਹੜੀ ਉਹਨਾਂ ਨੂੰ ਐਂਡ ਦੇ ਵਿੱਚ ਪ੍ਰੋਬਲਮ ਆਈ ਉਹ ਇਹ ਸੀ ਕਿ ਉਹ ਲਗਭਗ 1.5 ਮਹੀਨਾ ਪਹਿਲਾਂ ਡਿੱਗ ਗਏ ਔਰ ਉਹਨਾਂ ਦੇ ਚੁੰਡੇ 'ਤੇ ਬਹੁਤ ਹੀ ਹੇਅਰ ਲਾਈਨ ਫ੍ਰੈਕਚਰ ਆ ਗਿਆ ਤੇ ਡਾਕਟਰਾਂ ਨੂੰ ਦਿਖਾਇਆ 3-4 ਥਾਂ ਤੋਂ ਤੇ ਉਹਨਾਂ ਨੇ ਕਿਹਾ ਵੀ ਆਪਰੇਸ਼ਨ ਨਹੀਂ ਹੋ ਸਕਦਾ। ਆਪਰੇਸ਼ਨ ਕੁਦਰਤੀ ਹੋ ਨਹੀਂ ਸਕਦਾ ਸੀ, 83 ਸਾਲ ਦੀ ਉਮਰ ਸੀ, ਪਰ ਉਹਨਾਂ ਨੇ ਕਿਹਾ ਵੀ ਇਹ ਬੈੱਡ ਰੈਸਟ ਹੀ ਹੈਗੀ ਹੈ। ਉਹ ਬੈੱਡ ਰੈਸਟ ਕਰਕੇ ਜਿਹੜੀਆਂ ਓਲਡ ਏਜ ਕੰਪਲਿਕੇਸ਼ਨਸ ਸ਼ੁਰੂ ਹੋ ਗਈਆਂ। ਸਭ ਤੋਂ ਪਹਿਲਾਂ ਤਾਂ ਜੋ ਉਹਨਾਂ ਨੂੰ ਭੁੱਖ ਘੱਟ ਲੱਗਣੀ ਸ਼ੁਰੂ ਹੋ ਗਈ ਔਰ ਫਿਰ ਜਿਹੜੀ ਲੈਟਰਿਨ ਬਾਥਰੂਮ ਜਿਹੜਾ ਬੈੱਡ 'ਤੇ ਚਲਾ ਗਿਆ। ਇਹਨਾਂ ਕੰਪਲਿਕੇਸ਼ਨਸ ਤੋਂ ਵੀ ਉੱਪਰ ਉੱਠ ਕੇ ਉਹ ਜਿਹੜਾ ਫ੍ਰੈਕਚਰ ਸੀ ਉਹਨਾਂ ਨੂੰ ਕੋਈ ਪੇਨ ਨਹੀਂ ਸੀ। ਜਦੋਂ ਅਸੀਂ ਦਿਖਾਣ ਜਾਂਦੇ ਸੀ ਤੇ ਉਹ ਗੱਡੀ 'ਤੇ ਹੀ ਜਾਂਦੇ ਸੀਗੇ ਔਰ ਵੀਲ ਚੇਅਰ ਦੇ ਉੱਤੇ ਸੈਰ ਵੀ ਕਰ ਲੈਂਦੇ ਸੀ। ਇਹ ਤੋਂ ਸਾਰੀ ਚੀਜ਼ਾਂ ਤੋਂ ਉੱਪਰ ਚੁੱਕੇ ਸੀ। ਲਾਸਟ ਜਦੋਂ ਅਸੀਂ ਰੂਟੀਨ ਚੈੱਕਅਪ ਕਰ ਲਈ
डॉक्टर शिविंदर जी को लेके भी मैं नाम लेना चाहांगा कि सरदार नरेंद्र सिंह जी मेरे कज़न ब्रदर है। मैं उन्होंने बहुत ही दिलों धन्यवाद करदा भी उन्होंने माता जी की बहुत सेवा की। परमात्मा उन्होंने आशीर्वाद देवे। इस तरीके के नाल ही और जो दो लेडीज़ माता जी की सेवा करती रही हैं दिन रात, एक का तो नाम पता पीलो है, मैं दोनों लेडीज़ का भी बहुत धन्यवाद करता हाँ कि उन्होंने माता जी की दिन रात बहुत सेवा की। इस दे नाल सारा ही स्टाफ जिस भी संस्था के माता जी गए और उन्होंने हत्थां ते चक लेंदे सी, वो मदर ऑफ ट्रस्ट का नाम दिता जाता सी उन्होंने, और बहुत ही मान सम्मान कि इत्थे आए सारे स्टाफ ने ਨੂੰ आशीर्वाद ਦਿੰਦੇ ਸੀ और सारे स्टाफ ने उन्होंने बहुत मान सम्मान किया। मैं सारे का ही माता जी के सेवा करने के सारे जिन्होंने जिन्होंने भी कंट्रीब्यूशन है मैं बहुत बहुत उन्होंने धन्यवाद करता। मैं इतने दस रहा सी जो उत्थे डॉक्टर साहब ਨੂੰ भी आशीर्वाद दिता एंड के वो डॉक्टर शिविंदर जी ने उन्होंने मत्था टेकिया, उन्होंने आशीर्वाद दिता और ये कहा भी तुसी मैनू ठीक करता। मैं ब्रदर को फोन किया नरेंद्र भाई साहब को, कहना माता जी बिल्कुल ठीक है और असी भी ठीक 4-5 दिन तो असी भी कंप्लीट की। माता जी की उम्र लंबी हैगी है, होर परमात्मा लंबी करे। तो भाजी उन्होंने हस के कहा कि बीबी जी ने डॉक्टर साहब ने आशीर्वाद दिता तो ओके है। मैं कहा चलो ठीक है। और कहते डॉक्टर साहब कहते तुम चले जाओ, जो रिपोर्ट आई जी मैं दवाई जी वो अकॉर्डिंगली लिखता। मैं आराम से बैठ गया घरे। 10 के मिनट बाद मैंने फोन आ गया कि माता जी सफोकेशन महसूस कर रहे हैं तो तुम जल्दी आ जाओ। मैं भाजी को फोन किया, भाजी तो जो हॉस्पिटल च रिपोर्टा ही लै रहे थे और दवाई लैनी सी। वो कहते मैंने पता नहीं है। सो असी वही राष्ट्र की वेले आप पिंड आए तो मेरे ख्याल जो उन्होंने सफोकेशन महसूस की तो 2-3 मिनट के वो अपने प्राण त्याग गया। और माता जी बिल्कुल ठीक सी। सानू इमीजिएट मैनू असी डैथ में एक्सैप्ट नहीं सी कर रहा कि डैथ हो गई है, डैड बॉडी अगे पई है और मैं एक्सैप्ट नहीं सी कर रहा भी माता जी चले गए। चलो ये गुरु का पाना मनना पिया भी माता जी चले गए है। तो मेरी सारी पिछे चले गए बचपन तो भी उन्होंने पालन पोषण में की योगदान से। तो मेरे मुँह च कुछ निकलिया कि एक युग का अंत हो गया। वर्ड के पहला मेरे माउथ में ये वर्ड आया। फिर मेरी पिक्चर जी शुरू तो बचपन तो जी कुछ सैकेंड कुछ मिनटों के आई। तो मैं इतने कहना चाहवागा कि पुराने जमाने के इन्नी फैसिलिटीज़ नहीं सी होंदियां। असी 5 भैन भरा सी और माता जी अकेले सी पालन पोषण करने वाले। और पिंडा के उन्होंने दिनों के लबेरा भी रखा जाता सी, मੱਝ भी पाली जाती सी, खेतीबाड़ी का भी काम होंदा सी। खेतीबाड़ी के काम उदों जे कोई बंदे घर च काम करते सी तो उन्हों का खाना भी जोड़ा है घर के बनाया जाता सी। उदों ये ट्रेंड सी, ये रिवाज सी। और माता जी का साढ़े 5 भैन भरावां के पालन पोषण के उन्होंने पढ़ाई के बहुत ही अहम योगदान है जिन्होंने असीं कभी भी भुला नहीं सकते। सवेरे 4 बजे उठना, मैं उन्होंने मेहनत की गल कर रहा। जो मैं अपनी वाइफ नाल कभी कदाई गल करता सी माता जी ने बहुत मेहनत की। कभी कभी घर के मैं जिक्र अपनी वाइफ ना करता होंदा सी कि माता जी ने बहुत मेहनत की। तो साथ संगत जी माता जी का रोल बहुत अहम है। सवेरे 4 बजे उठना, 5 भैन भरावां नूं तैयार करके खाना तैयार करना, स्कूल भेजना, उस तो बाद सारे कपड़िया का काम करना, सफाई का काम करना, डंगर बच्चा जो कोई घर के वह काम करना, खेतीबाड़ी का काम देखना। ये बहुत ही उन्होंने बड़मुला योग है। और 5 भैन भरावां ने सारे ने अच्छी तलीम दी। तो साढ़े माता जी का और साढ़े पेरेंट्स का, फादर साहब का साड़ी परवरिश में ये बहुत ही
ਅਹਿਮ ਯੋਗਦਾਨ ਹੈ, ਅਸੀਂ ਉਸ ਨੂੰ ਭੁਲਾ ਨਹੀਂ ਸਕਦੇ। ਉਹਨਾਂ ਅਨਫੋਰਚੂਨੇਟਲੀ ਉਹ ਸਾਨੂੰ ਛੱਡ ਕੇ ਚਲੇ ਗਏ ਹਨ। ਔਰ ਮੈਂ ਪਰਮਾਤਮਾ ਅੱਗੇ ਅੱਜ ਇਹੀ ਅਰਦਾਸ ਕਰਦਾ ਹੈ ਵੀ ਸ਼ਰਧਾ ਦੇ ਫੁੱਲ ਭੇਟ ਕਰਦਾ ਉਹਨਾਂ ਨੂੰ, ਔਰ ਬੇਨਤੀ ਕਰਦਾ ਹੈ ਕਿ ਇਹ ਸੱਚੇ ਪਾਤਸ਼ਾਹ ਤੁਸੀਂ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਔਰ ਸਾਨੂੰ ਉਹ ਸਾਰੇ ਪਰਿਵਾਰ ਨੂੰ ਇਹ ਜੋ ਪਾਣਾ ਮੰਨਣ ਦਾ ਬਲ ਬਖਸ਼ਣਾ। ਮੈਂ ਤੁਹਾਡੇ ਸਾਰੇ ਹੀ ਸੱਜਣਾਂ ਦਾ, ਭੈਣ ਭਰਾਵਾਂ ਦਾ ਇੱਥੇ ਆਉਣ 'ਤੇ ਬਹੁਤ ਧੰਨਵਾਦ ਕਰਦਾ ਹਾਂ। ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮਾਤਾ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ। ਮੈਂ ਤੁਹਾਡਾ ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦਾ ਹਾਂ ਔਰ ਬੇਨਤੀ ਕਰਦਾ ਹਾਂ ਕਿ ਗੁਰੂ ਕਾ ਲੰਗਰ ਜਿਹੜਾ ਤਿਆਰ ਹੈ, ਕਿਸੇ ਨੇ ਵੀ ਗੁਰੂ ਕਾ ਲੰਗਰ ਛਕੇ ਤੋਂ ਬਗੈਰ ਨਹੀਂ ਜਾਣਾ ਹੈ। ਸੋ ਇਹ ਮੇਰੀ ਸਾਰਿਆਂ ਨੂੰ ਬੇਨਤੀ ਹੈ। ਇੱਕ ਵਾਰ ਫਿਰ ਮੈਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਫਿਰ ਦੁਬਾਰਾ ਬੇਨਤੀ ਕਰਦਾ ਹੈ ਸੱਚੇ ਪਾਤਸ਼ਾਹ ਇਹ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।